खजाना मंत्री मनप्रीत सिंह बादल होरां ने आज बजट पेश किया है और बजट तो पेश करने तो बाद सब तो पहला न्यूज़ 18 से जुड़े ने। मनप्रीत जी बहुत बहुत स्वागत। थैंक यू और थोड़े सुनने वालिਆਂ ਨੂੰ मेरी प्यार भरी नमस्ते ਤੇ ਸਤਿ ਸ੍ਰੀ ਅਕਾਲ। मनप्रीत जी मैं बजट की कापी देख रहा सी, इस दे उत्ते सब तो पहला लिखा हुआ है जय जवान जय किसान। इसका मतलब की है जय जवान जय किसान शुरू तो नारा दिता जाता है, तो कि इस बजट के सब तो ज्यादा फोकस जय जवान जय किसान से रखा गया? सब ਇਹ ਜੈ ਜਵਾਨ ਜੈ ਕਿਸਾਨ ਇਸ ਵਾਰੀ ਬਜਟ ਦੀ ਕਾਪੀ ਤੇ ਇਸ ਲਈ ਲਾਇਆ ਗਿਆ ਕਿ ਜਿਹੜੀ ਭਾਰਤੀ ਕਿਸਾਨ ਦੀ ਜਦੋਜਹਿਦ ਹੈ ਅੱਜ ਦਿੱਲੀ ਦੇ ਬਾਰਡਰ ਤੇ ਉਹ ਇੱਕ ਤਾਰੀਖੀ ਹੈਸੀਅਤ ਅਖਤਿਆਰ ਕਰਦੀ ਜਾ ਰਹੀ ਹੈ, ਇੱਕ ਲੈਜੈਂਡਰੀ ਸਟੇਟਸ ਅਖਤਿਆਰ ਕਰਦੀ ਜਾ ਰਹੀ ਹੈ। ਔਰ ਜਦੋਂ ਰਾਤ ਨੂੰ ਉਹ ਸਰਦ ਰਾਤਾਂ ਦੇ ਵਿੱਚ ਰਾਤ ਨੂੰ ਅੱਗ ਮਚਾਉਂਦੇ ਆ, ਅਸੀਂ ਟੀਵੀ ਤੇ ਦੇਖਦੇ ਆ, ਤਾਂ ਹਰ ਇੱਕ ਬੰਦੇ ਨੂੰ ਉਹਨਾਂ ਦੀ ਹਿੰਮਤ ਦੀ दाद देनी पैंदी है, हौसले की दाद देनी पैंदी है। और सारी दुनिया, इंडिया नहीं मैं दुनिया की गल कर रहा, अज भारतीय किसान दे सुर नाल सुर मिला के उन्होंने आवाज़ बुलंद कर रहे। इस करके असी मुनासिब समझा कि जय जवान जय किसान जिहड़ा कि प्रधानमंत्री लाल बहादुर शास्त्री साहब का एक बड़ा आइकॉनिक नारा सीगा, बड़ा मकबूल नारा सी, असी और फोकस भी इस बजट का जिहड़ा काफ़ी हद तक एग्रीकल्चर ते और एग्रीकल्चर की जी इस बारी डिसबर्समेंट है। ਤੁਸੀਂ ਇਹ ਵੀ ਕਿਹਾ ਕਿ ਐਗਰੀਕਲਚਰ ਪਾਲਿਸੀ ਵੀ ਜਿਹੜੀ ਹੈ ਉਹ ਜਲਦ ਸਰਕਾਰ ਲੈ ਕੇ ਆਏਗੀ। ਕਦੋਂ ਤੱਕ ਐਗਰੀਕਲਚਰ ਪਾਲਿਸੀ ਲੈ ਕੇ ਆਏਗੀ ਔਰ ਉਸ ਦੇ ਵਿੱਚ ਕੀ ਕੁਝ ਹੋਏਗਾ? ਐਗਰੀਕਲਚਰ ਪਾਲਿਸੀ ਤਾਂ ਤਿਆਰ ਹੈ, ਉਹ ਪਹਿਲਾਂ ਵਿਧਾਨ ਸਭਾ ਤੇ ਉਹਦੀ ਡਿਬੇਟ ਹੋਣੀ ਹੈ, ਹੋ ਸਕਦਾ ਮੌਨਸੂਨ ਦੇ ਸੈਸ਼ਨ ਤੱਕ ਉਹ ਆ ਜਾਏ। ਤੇ ਕਿਸਾਨਾਂ ਦੇ ਲਈ ਕੀ ਕੁਝ ਹੈ? ਕਿਉਂਕਿ 2017 ਚ ਕਿਹਾ ਗਿਆ ਸੀ ਕਿ ਸਾਰਾ ਕਰਜ਼ ਮਾਫ ਕਰ ਦਾਂਗੇ, ਵਿਰੋਧੀ ਇਹ ਕਹਿ ਰਹੇ ਨੇ ਕਿ ਸਾਰਾ ਕਰਜ਼ ਮਾਫ ਨਹੀਂ ਹੋਇਆ ਔਰ ਵਿਧਾਨ ਸਭਾ 'ਚ ਬਹਿਸ ਵੀ ਹੋਈ। ਉਹਨਾਂ ਨੇ ਕਿਹਾ ਕਿ ਇੱਕ ਪਿਓ ਪੁੱਤਰ ਕਿਸਾਨ ਨੇ ਖੁਦਕੁਸ਼ੀ ਕਰ ਲਈ, ਉਸ ਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਭ ਅਸਲ 'ਚ ਕੀ ਹੁੰਦਾ ਜਦੋਂ ਤੁਸੀਂ ਸਰਕਾਰ ਚਲਾਉਂਦੇ ਹੋ ਤਾਂ ਉਹਦੇ ਵਿੱਚ ਕੰਪੀਟਿੰਗ ਇੰਟਰਸਟ ਹੁੰਦੇ ਆ ਕਿ ਮੁਲਾਜ਼ਮ ਜਿਹੜੇ ਆ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੈ, ਬਿਜਲੀ ਬੋਰਡ ਦੀ ਸਬਸਿਡੀ ਦੇਣੀ ਹੈ ਜਿਹੜੀ ਕਿ ਤਕਰੀਬਨ 14,000 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਡਿਵੈਲਪਮੈਂਟ ਦੇ ਕੰਮ ਜਿਹੜੇ ਹੋਣੇ ਹੈ, ਬੁਢਾਪਾ ਪੈਨਸ਼ਨ ਦੇਣੀ ਹੈ। ਤਾਂ ਜਿੰਨੀ ਸਰਕਾਰ ਦੀ ਹੈਸੀਅਤ ਤੇ ਔਕਾਤ ਸੀ ਉਹ ਹਰ ਵਾਰੀ ਅਸੀਂ ਹਰ ਬਜਟ ਦੇ ਵਿੱਚ ਕੁਛ ਨਾ ਕੁਛ ਕਰਜ਼ ਮਾਫੀ, ਔਰ ਇਹ ਕਹਿਣਾ ਕਿ ਇੱਕ ਵਾਰੀ ਕਰਜ਼ ਮਾਫੀ ਹੋ ਗਈ ਤਾਂ ਇਸ ਤੋਂ ਬਾਅਦ ਕਿਤੇ ਕਰਜ਼ ਚੜੇਗਾ ਨਹੀਂ। ਜਿਹੜੇ ਸਰਕਾਰੀ ਰੈਵਨਿਊ ਹੁੰਦੇ ਆ, ਜਿਹੜਾ ਸਰਕਾਰ ਦਾ ਪੈਸਾ ਹੁੰਦਾ ਉਸ ਤੇ ਸਭ ਤੋਂ ਵੱਡਾ ਅਧਿਕਾਰ ਕਿਹਦਾ ਹੁੰਦਾ? ਜਿਹੜਾ ਸਭ ਤੋਂ ਗਰੀਬ ਹੁੰਦਾ। ਔਰ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਗਰੀਬ ਕਿਸਾਨ ਹੈ ਜਾਂ ਜਿਹੜੇ ਗਰੀਬ ਆਈ ਡੋਨਟ ਨੋ ਬੱਚੀਆਂ ਨੇ, ਸਕਿੱਲ ਡਿਵੈਲਪਮੈਂਟ, ਇਸ ਤੋਂ ਇਲਾਵਾ ਔਰਤਾਂ ਹੈ ਜਿਹੜੀਆਂ ਮੈਂ ਸਮਝਦਾ ਬੇਬਸ ਨੇ ਜਾਂ ਮਸਕੀਨ ਨੇ, ਸਰਕਾਰੀ ਪੈਸਾ ਜਿਹੜਾ ਉਹਨਾਂ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ। ਔਰ ਜਿੰਨੀ ਸਾਡੀ ਹੈਸੀਅਤ ਸੀ ਅਸੀਂ ਪਿਛਲੇ 4 ਸਾਲਾਂ ਤੋਂ, ਲੇਕਿਨ ਕਿਸਾਨਾਂ ਨੂੰ ਇਸ ਬਜਟ ਦੇ ਵਿੱਚ ਇਸ ਕਿਸਾਨ ਇਸ ਬਜਟ ਦੇ ਵਿੱਚ ਨੁਮਾਇਆ ਚੀਜ਼ ਇਹ ਵੀ ਹੈ ਕਿ 523 ਕਰੋੜ ਰੁਪਇਆ ਜਾਂ 526 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਖੇਤ ਮਜ਼ਦੂਰ ਹੈ ਉਹਦੀ ਕਰਜ਼ ਮਾਫੀ ਦੀ ਵੀ ਗੱਲ ਕੀਤੀ ਗਈ ਹੈ, ਜਿਹੜਾ ਕਿ ਇਸ ਸਾਲ ਅਸੀਂ ਮਾਫ ਕਰਨਾ ਹੈ। ਔਰ ਇੱਕ ਨਵਾਂ ਪ੍ਰੋਗਰਾਮ ਪੰਜਾਬ ਸ਼ੁਰੂ ਕਰਨ ਲੱਗਿਆ ਜਿਹਦਾ ਨਾਮ ਰੱਖਿਆ ਗਿਆ ਹੈ ਕਿ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ। ਉਹਦੇ ਵਾਸਤੇ ਇਸ ਸਾਲ 1100 ਕਰੋੜ ਰੁਪਇਆ, ਤਕਰੀਬਨ 1104 ਕਰੋੜ ਰੁਪਇਆ ਉਸ ਸਕੀਮ 'ਚ ਰੱਖਿਆ ਗਿਆ, ਜਿਹਦੇ ਵਿੱਚ ਕਿ ਬਾਗਬਾਨੀ ਔਰ ਜਿਹੜੀਆਂ ਫਸਲਾਂ ਜਿਹੜੀਆਂ ਉਹ ਵੇਚਦਾ ਹੈ ਔਰ ਉਹਨੂੰ ਸਹੀ ਦਾਮ ਨਹੀਂ ਮਿਲਦਾ, ਸਹੀ ਮੁੱਲ ਨਹੀਂ ਮਿਲਦਾ, ਉਹਦੀ ਪ੍ਰਾਈਸ ਡਿਫਰੈਂਸ ਜਿਹੜੀ ਹੈ ਉਹ ਵੀ ਇਹਦੇ ਸ਼ਾਮਿਲ ਹੈ। ਗੰਨਾ ਮਿਲਾਂ ਜਿਹੜੀਆਂ ਹੈ ਉਹਨੂੰ ਵੀ ਅਸੀਂ ਅੱਗੇ ਲੈ ਕੇ ਆਉਣਾ ਹੈ। ਬਾਗਬਾਨੀ ਵਾਸਤੇ 361 ਕਰੋੜ ਰੁਪਇਆ ਰੱਖਿਆ ਗਿਆ ਹੈ, ਸੈਂਟਰਸ ਫॉर ਐਕਸਲੈਂਸ ਵੈਜੀਟੇਬਲ ਵਗੈਰਾ। ਸੋ ਟੋਟਲ ਜਿਹੜਾ ਇਸ ਵਾਰੀ ਰੱਖਿਆ ਗਿਆ ਹੈ ਇਹ ਤਕਰੀਬਨ 1100 ਕਰੋੜ। ਔਰ ਇਸੇ ਨਾਲ ਜਿਹੜਾ ਮਨਸੂਬ ਹੁੰਦਾ ਹੈ ਤਕਰੀਬਨ 3100 ਕੁਛ ਕਰੋੜ ਰੁਪਇਆ ਪੰਜਾਬ ਦਾ ਜਿਹੜਾ ਨਹਿਰੀ ਨਿਜ਼ਾਮ ਹੈ, ਜਿਵੇਂ ਲਾਹੌਰ ਬ੍ਰਾਂਚ ਹੈ, ਮਾਝੇ ਦੇ ਵਿੱਚ ਨਹਿਰੀ ਪਾਣੀ ਬਹੁਤ ਘੱਟ ਆਉਂਦਾ ਹੈ, ਦੁਆਬੇ 'ਚ ਬੜਾ ਘੱਟ ਆਉਂਦਾ ਹੈ, ਅਪਰ ਬਾਰੀ ਦੁਆਬ ਕਨਾਲ ਹੈ, ਬਿਸ਼ਤ ਦੁਆਬ ਕਨਾਲ ਹੈ, ਕੁਝ ਮਾਲਵੇ ਦੀਆਂ। ਸੋ 3000 ਕਰੋੜ ਨਾਲ, ਔਰ ਇਹ ਵੀ ਕਿਸਾਨ ਦੇ ਨਾਲ ਹੀ ਇਹ ਚੀਜ਼ਾਂ, ਕਿਉਂਕਿ ਜੇ ਪਾਣੀ ਹੋਏਗਾ ਤਾਂ ਖੇਤੀ ਹੋਏਗੀ। ਇਸ ਤੋਂ ਇਲਾਵਾ ਜਿਹੜੇ ਸਾਡੇ ਦਿਹਾਤੀ ਇਲਾਕੇ ਹੈ ਜਿਨ੍ਹਾਂ 'ਚ ਸਮਾਰਟ ਵਿਲੇਜ ਕੈਂਪੇਨ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਵੀ ਤਕਰੀਬਨ
3000 ਕਰੋੜ ਰੁਪਇਆ ਰੱਖਿਆ। ਸੂਬੇ ਨੇ ਪੰਜਾਬ ਦੇ ਪਿੰਡਾਂ ਵਾਸਤੇ ਔਰ ਜਿਨ੍ਹਾਂ ਦੇ ਸਿਰਾਂ ਤੇ ਅੱਜ ਵੀ ਪੱਕੀਆਂ ਛੱਤਾਂ ਹੈ ਨਹੀਂ ਉਹਦੇ ਵਾਸਤੇ 500 ਕਰੋੜ ਰੁਪਇਆ ਰੱਖਿਆ। ਕੁਝ ਬਸਤੀਆਂ ਐਸੀਆਂ ਪਿੰਡਾਂ ਦੀਆਂ ਜਿਨ੍ਹਾਂ ਨੂੰ ਅਜੇ ਵੀ ਕੋਈ ਕੱਚਾ ਪੱਕਾ ਰਸਤਾ ਨਹੀਂ ਜਾਂਦਾ, ਕੁਝ ਮੰਦਿਰ ਗੁਰਦੁਆਰੇ ਹੈ, ਕੁਝ ਪਿੰਡਾਂ ਦੀਆਂ ਫਿਰਨੀਆਂ ਉਹਨਾਂ ਵਾਸਤੇ 5। ਸੋ ਓਵਰਆਲ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਮਾਯੂਸੀ ਦਾ ਮਾਹੌਲ ਹੈ ਜਾਂ ਜਿਹੜਾ ਪਿੰਡਾਂ 'ਚ ਜਿਹੜਾ ਬੁਨਿਆਦੀ ਢਾਂਚਾ ਹੈ ਉਹਨੂੰ ਮਜ਼ਬੂਤ ਕੀਤਾ ਜਾਵੇ। ਔਰ ਇਹ ਦੱਸਣ ਦੀ ਲੋੜ ਨਹੀਂ ਕਿ 7100 ਕਰੋੜ ਰੁਪਇਆ ਇਹ ਜਿਹੜੀ ਫ੍ਰੀ ਬਿਜਲੀ ਚੱਲਦੀ ਹੈ ਉਹ ਵੀ ਰੱਖਿਆ ਗਿਆ। ਸੋ ਓਵਰਆਲ ਕੋਸ਼ਿਸ਼ ਇਹ ਕੀਤੀ ਗਈ ਹੈ। ਬਿਜਲੀ ਦਾ ਕਿਉਂਕਿ ਮੁਫਤ ਬਿਜਲੀ ਕਿਸਾਨਾਂ ਨੂੰ ਦਿੱਤੀ ਜਾਂਦੀ, ਕਿੰਨਾ ਬੋਝ ਜਿਹੜਾ ਵਾ ਪੰਜਾਬ ਦੇ ਉੱਤੇ ਪੈ ਰਿਹਾ ਮੁਫਤ ਬਿਜਲੀ ਦਾ। ਔਰ ਤੁਸੀਂ ਪਿਛਲੀ ਵਾਰ ਕਿਹਾ ਸੀਗਾ ਕਿ ਸੋਲਰ ਦੀ ਵੀ ਪਲੈਨਿੰਗ ਜਿਹੜੀ ਉਹ ਚੱਲ ਰਹੀ ਹੈ। ਗੱਲ ਬੋਝ ਦੀ ਨਹੀਂ ਹੈ, ਸੋਲਰ ਦੀ ਵੀ ਪਲੈਨਿੰਗ ਚੱਲ ਰਹੀ ਹੈ। ਗੱਲ ਤਾਂ ਇਹ ਹੈ ਕਿ ਬਿਜਲੀ ਜਿਹੜੀ ਹੈ ਇਹ ਪੰਜਾਬ ਸਸਤੀ ਹੋਣੀ ਚਾਹੀਦੀ ਹੈ। ਬਿਜਲੀ ਸਸਤੀ ਇਸ ਕਰਕੇ ਨਹੀਂ ਹੋ ਸਕਦੀ ਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਇਹ ਕੋਲੇ ਤੋਂ ਹੁੰਦੀ ਹੈ। ਕੋਲਾ ਜਿਹੜਾ ਹੈ ਬਿਹਾਰ ਤੇ ਝਾਰਖੰਡ ਤੇ ਉੜੀਸਾ ਤੋਂ ਆਉਂਦਾ ਹੈ। ਰੇਲ ਦਾ ਕਿਰਾਇਆ ਬੜਾ ਪੈ ਜਾਂਦਾ। ਕੋਲਾ ਇੰਨਾ ਮਹਿੰਗਾ ਨਹੀਂ ਹੈ ਜਿੰਨਾ ਕੋਲੇ ਦਾ ਭਾੜਾ ਪੈ ਜਾਂਦਾ ਹੈ। ਪਿਛਲੇ ਸਾਲਾਂ 'ਚ ਗਵਰਨਮੈਂਟ ਆਫ ਇੰਡੀਆ ਨੇ ਪੈਸੇਂਜਰ ਟ੍ਰੇਨ ਦਾ ਤਾਂ ਕਿਰਾਇਆ ਨਹੀਂ ਵਧਾਇਆ, ਪਰ ਇਹ ਫਰੇਟ ਦਾ ਕਿਰਾਇਆ ਵਧਾਉਂਦੇ ਰਹਿੰਦੇ ਆ। ਸੋ ਅਖੀਰ ਪੰਜਾਬ ਨੂੰ ਕੋਲੇ ਵਾਲੀ ਬਿਜਲੀ ਤੋਂ ਨਿਕਲਣਾ ਪੈਣਾ। ਔਰ ਜਿੱਥੋਂ ਤੱਕ ਕਿਸਾਨ ਦੀ ਬਿਜਲੀ ਹੈ, ਕਿਉਂਕਿ 7000 ਕਰੋੜ ਹੈ, ਅਸੀਂ ਜਿਹੜਾ FCI ਨੂੰ ਆਪਣੀ ਫਸਲ ਵੇਚਦੇ ਹਾਂ 70000 ਕਰੋੜ ਦੀ ਹੈ। ਕਿਸਾਨ ਅੱਜ ਇਸ ਹੈਸੀਅਤ 'ਚ ਨਹੀਂ ਹੈ ਕਿ ਆਪਣੀ ਆਮਦਨ ਦਾ 10% ਹਿੱਸਾ ਬਿਜਲੀ ਨੂੰ ਦੇ ਸਕਦਾ ਹੈ। ਸਾਡਾ ਇਹ ਇਟ ਮੇਕਸ ਬਿਜ਼ਨਸ ਸੈਂਸ ਕਿ 7000 ਕਰੋੜ ਦੇ ਕੇ ਜੇ ਸਰਕਾਰ ਨੂੰ ਇਹਦੇ ਲਈ 4000 ਕਰੋੜ ਮੰਡੀ ਟੈਕਸ RDF 'ਚ ਆ ਜਾਂਦਾ ਹੈ ਤਾਂ ਕੋਈ ਬੁਰੀ ਗੱਲ ਨਹੀਂ ਹੈ। 70000 ਕਰੋੜ ਜਿਹੜਾ ਪੰਜਾਬ ਦੀ ਇਕਨੋਮੀ 'ਚ ਆਉਂਦਾ ਹੈ, ਔਰ ਜਦੋਂ ਇਕਨੋਮੀ 'ਚ ਆਉਂਦਾ ਹੈ ਤਾਂ ਲੋਕ ਆਈ ਡੋਨਟ ਨੋ ਉਹਦੇ ਨਾਲ ਕੋਈ ਸਿੱਖਾਂ ਵਾਲੀ ਡੱਬੀ ਖਰੀਦਦੇ ਹੈ, ਕੋਈ ਚਾਹ ਪੱਤੀ ਖਰੀਦਦੇ, ਖੰਡ ਖਰੀਦਦੇ, ਤਾਂ ਉਹ ਵੀ ਇਨਡਾਇਰੈਕਟਲੀ ਸਰਕਾਰ ਨੂੰ ਹੀ ਆਉਂਦਾ ਹੈ। ਸੋ ਇਹ ਕਾਰੋਬਾਰ ਦਾ ਪਹੀਆ ਮਤਲਬ ਚੱਲਦਾ ਰਹੇ। ਕੇਂਦਰ ਸਰਕਾਰ ਤਾਂ FCI ਜੋ ਹੈ ਉਹ ਤਾਂ ਹੁਣ ਕਿਸਾਨਾਂ ਦੇ ਸਿੱਧੇ ਖਾਤਿਆਂ 'ਚ ਪੈਸੇ ਪਾਉਣ ਜਾ ਰਹੀ ਹੈ। ਆੜਤੀ ਉਹ ਜਿਹੜਾ ਸਿਸਟਮ ਹੈ ਉਹ ਖਤਮ ਕਰਨ ਜਾ ਰਹੀ ਹੈ। ਨਹੀਂ, ਉਹਨਾਂ ਨੇ ਆੜਤੀਆਂ ਦੀ ਜਿਹੜੀ ਰਕਮ ਹੈ, ਜਿਹੜੀ ਉਹਨਾਂ ਦੀ ਆੜਤ ਹੁੰਦੀ ਹੈ, ਉਹਨੂੰ ਉਹ ਤੋਂ ਜਵਾਬ ਨਹੀਂ ਦਿੱਤਾ, ਪਰ ਉਹ ਕਹਿ ਰਹੇ ਕਿ ਇਹਨਾਂ ਨੂੰ 2.5% ਨੂੰ ਤੁਸੀਂ ਇਹਨੂੰ ਕੋਈ ਕੈਪ ਲਾ ਲਓ। ਦੂਜਾ ਹੈਗਾ ਕਿ ਕਿਸਾਨਾਂ ਦੇ ਜੇ ਉਹਨਾਂ ਦੇ ਅਕਾਊਂਟ 'ਚ ਜੇ ਚਲਾ ਜਾਂਦਾ, ਪਰ ਪੰਜਾਬ ਨੂੰ ਜਿਹੜਾ RDF ਤੇ ਜਿਹੜਾ ਮੰਡੀ ਫੀਸ ਹੈ ਇਹ ਤਾਂ ਫੇਰ ਵੀ ਆਉਂਦਾ ਹੈ। ਕਹਿਣ ਦਾ ਮਤਲਬ ਓਵਰਆਲ ਕਹਿਣ ਦਾ ਮਤਲਬ ਹੈ ਕਿ ਸਰਕਾਰ ਦੀ ਜਿਹੜਾ ਮਕਸਦ ਹੁੰਦਾ ਹੈ ਉਹ ਇਹੀ ਹੈ ਕਿ ਵਪਾਰ ਜਿਹੜਾ ਹੈ ਉਹ ਤੇਜ਼ੀ ਨਾਲ ਚੱਲ ਸਕੇ, ਕਾਰੋਬਾਰ ਚੱਲ ਸਕੇ, ਖੇਤੀ ਲੋਕ ਖੁਸ਼ਹਾਲ ਹੋਣ, ਲੋਕ ਆਪਣੇ ਪੈਰਾਂ ਤੇ ਖੜੇ ਹੋ ਜਾਣ। ਜੇ ਲੋਕ ਆਪਣੇ ਪੈਰਾਂ ਤੇ ਖੜੇ ਹੋ ਗਏ ਤਾਂ ਸਰਕਾਰ ਆਪੇ ਚੱਲ ਪਈ। ਤੁਸੀਂ ਸਸਤੀ ਬਿਜਲੀ ਦਾ ਜ਼ਿਕਰ ਕੀਤਾ। ਸਸਤੀ ਬਿਜਲੀ ਇੰਡਸਟਰੀ ਇੰਤਜ਼ਾਰ ਕਰ ਰਹੀ ਸੀ। ਉਹ ਕਹਿ ਰਹੇ ਕਿ ਹਿਮਾਚਲ ਪ੍ਰਦੇਸ਼ ਸਸਤੀ ਬਿਜਲੀ ਮਿਲਦੀ ਹੈ, ਇਸ ਕਰਕੇ ਅਸੀਂ ਉਧਰ ਸ਼ਿਫਟ ਹੋ ਜਾਂਦੇ ਹਾਂ। ਪੰਜਾਬ ਕਿਹਾ ਜਾਂਦਾ ਹੈ ਕਿ ਇੰਡਸਟਰੀ 'ਚ ਜਾਂ ਪੰਜਾਬ 'ਚ ਬਿਜਲੀ ਮਹਿੰਗੀ ਬਹੁਤ ਹੈ। ਦਿੱਲੀ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਦਿੱਲੀ ਅਸੀਂ ਮੁਫਤ ਸਸਤੀ ਬਿਜਲੀ ਦੇ ਰਹੇ ਹਾਂ 200 ਯੂਨਿਟ। ਦਿੱਲੀ ਤੋਂ ਤਾਂ ਪੰਜਾਬ ਦੀ ਬਿਜਲੀ ਭਾਰਤ ਸਸਤੀ ਹੈ, ਬਟ ਹਿਮਾਚਲ ਤੋਂ ਸਸਤੀ ਇਸ ਕਰਕੇ ਨਹੀਂ ਹੋ ਸਕਦੀ ਕਿਉਂਕਿ ਹਿਮਾਚਲ ਦੀ ਜਿਹੜੀ ਬਿਜਲੀ ਹੈ ਉਹ ਹਾਈਡਲ ਤੋਂ, ਉਹ ਡੈਮਾਂ ਤੋਂ ਤਿਆਰ ਹੁੰਦੀ ਹੈ। ਸਾਨੂੰ ਉਹ ਜਿਹੜੀ ਜਿਸ ਤਰ੍ਹਾਂ ਮੈਂ ਕਿਹਾ ਲੱਦ ਕੇ ਰੇਲ ਗੱਡੀਆਂ 'ਚ ਲਿਆਉਣੀ ਪੈਂਦੀ ਹੈ। ਔਰ ਲੌਂਗ ਟਰਮ ਜਾਂ ਮੀਡੀਅਮ ਟਰਮ ਪੰਜਾਬ ਨੂੰ ਇਹ ਸੋਚਣਾ ਪਏਗਾ ਕਿ ਅਸੀਂ ਆਪਣੀ ਕੋਲੇ ਵਾਲੀ ਬਿਜਲੀ ਤੋਂ ਅਸੀਂ ਗੈਸ ਤੇ ਜਾਂ ਸੋਲਰ ਤੇ ਅਸੀਂ ਲੈ ਕੇ ਆਈਏ। ਇਹ ਮੀਡੀਅਮ ਟਰਮ ਸਰਕਾਰ ਦੇ ਵਿਚਾਰ ਅਧੀਨ ਹੈ। ਬਿਜਲੀ ਸਸਤੀ ਹੋਏਗੀ ਤਾਂ ਤਰੱਕੀ ਹੋਏਗੀ, ਬਿਜਲੀ ਮਹਿੰਗੀ ਨਾਲ ਤਰੱਕੀ ਨਹੀਂ ਹੋ ਸਕਦੀ। ਇੱਕ ਚੀਜ਼ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਣੀ ਚਾਹੁੰਦਾ ਕਿ ਅੱਜ ਪੰਜਾਬ ਜਿਹੜਾ ਹੈ 14000 ਕਰੋੜ ਰੁਪਇਆ ਫ੍ਰੀ ਬਿਜਲੀ 'ਚ ਦੇ ਰਿਹਾ, ਚਾਹੇ ਉਹ SC BC ਫਰੀडम ਫਾਈਟਰ, ਇੰਡਸਟਰੀ ਨੂੰ ਵੀ ਇਸ ਵੇਲੇ 1500 ਕਰੋੜ ਦੀ। ਔਰ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅੱਜ ਕੱਲ ਬਿਜਲੀ ਬੋਰਡ ਦਾ ਜਿਹੜਾ 40% ਰੈਵਨਿਊ ਹੈ ਉਹ ਸਰਕਾਰ ਸਬਸਿਡਾਈਜ਼ ਕਰ ਰਹੀ ਹੈ। ਔਰ ਮੈਂ ਦਾਅਵਾ ਇਸ ਗੱਲ ਦਾ ਕਰ ਸਕਦਾ ਹਾਂ ਕਿ ਜਿੰਨੇ ਵੀ ਸੂਬੇ ਹੈ, ਵੱਡਾ ਹੈ ਜਾਂ ਛੋਟਾ ਹੈ, ਕੋਈ ਸੂਬਾ 14000 ਕਰੋੜ ਦੀ ਸਬਸਿਡੀ ਨਹੀਂ ਦੇ ਰਿਹਾ। ਇੱਕ ਵਾਹਦ ਪੰਜਾਬ ਸੂਬਾ ਹੈ ਜਿਹੜਾ 14000 ਕਰੋੜ ਦੀ ਸਬਸਿਡੀ ਦੇ ਰਿਹਾ। ਨਾ ਹਰਿਆਣਾ ਦੇ ਰਿਹਾ ਹੈ, ਨਾ ਗੁਜਰਾਤ ਦੇ ਰਿਹਾ ਹੈ, ਨਾ ਮਹਾਰਾਸ਼ਟਰ ਦੇ ਰਿਹਾ, ਨਾ ਕਰਨਾਟਕ ਦੇ ਰਿਹਾ। ਹਾਂ, 14000 ਕਰੋੜ ਦੀ ਬਿਜਲੀ ਮੁਫਤ ਦੇ ਕੇ ਵੀ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਔਰ ਸਹੀ ਮਹਿਸੂਸ ਹੁੰਦਾ ਹੈ ਕਿ ਬਿਜਲੀ ਮਹਿੰਗੀ ਹੈ, ਪਰ ਮਹਿੰਗੀ ਇਸ ਕਰਕੇ ਕਿ ਆਪਣਾ ਕੋਲੇ ਤੋਂ ਬਿਜਲੀ ਪੈਦਾ ਕਰਨੀ ਹੈ, ਕੋਈ ਚਾਰਾ ਹੋ ਰਿਹਾ ਨਹੀਂ। ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਤੁਸੀਂ ਇੱਕ ਵੱਡਾ ਤੋਹਫਾ ਦਿੱਤਾ, ਸਟੂਡੈਂਟਸ ਨੂੰ ਇੱਕ ਤੋਹਫਾ ਦਿੱਤਾ ਹੈ।
ਜੀ ਅਸੀਂ ਜਿਹੜੀ ਔਰਤ ਜ਼ਾਤ ਹੈ, ਕਿਉਂਕਿ ਅੱਜ ਇੰਟਰਨੈਸ਼ਨਲ ਔਮਨਸ ਡੇ ਹੈ, ਔਰ ਇਹ ਬੜਾ ਖੁਸ਼ਨੁਮਾ ਮੇਰਾ ਫਰਜ਼ ਸੀਗਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਔਰਤਾਂ ਹੈ ਉਹਨਾਂ ਨੂੰ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ 'ਚ ਮੁਫਤ ਸਫ਼ਰ ਜਿਹੜਾ ਹੈ ਉਹ 1 ਅਪ੍ਰੈਲ ਤੋਂ ਸ਼ੁਰੂ ਹੋ ਜਾਏਗਾ। ਦੂਸਰਾ, ਸਟੂਡੈਂਟ ਵਾਸਤੇ, ਨੌਜਵਾਨਾਂ ਵਾਸਤੇ ਸਰਕਾਰ ਦਾ ਕੀ ਪਲਾਨ ਹੈ ਔਰ ਉਹਨਾਂ ਨੂੰ ਇਸ ਬਜਟ ਦੇ ਵਿੱਚ ਕੀ ਕੁਝ ਮਿਲ ਰਿਹਾ? ਸਟੂਡੈਂਟਸ ਵਾਸਤੇ ਸਕਿੱਲ ਟ੍ਰੇਨਿੰਗ ਦਾ ਜਿਹੜਾ ਬਜਟ ਹੈ ਉਹ ਕਾਫੀ ਵਧਾਇਆ ਗਿਆ ਹੈ। ਸਪੋਰਟਸ ਦੇਣ ਜਿਹੜੀਆਂ ਉਹਦਾ ਬਜਟ ਜਿਹੜਾ 20% 'ਚ ਇਜ਼ਾਫਾ ਕੀਤਾ ਹੈ। ਸਮਾਰਟਫੋਨ ਦੇਣ ਦੀ ਜਿਹੜੀ ਹੈ ਇਹ ਵੀ ਇਹਦੇ ਵਿੱਚ ਰੱਖੀ ਗਈ ਹੈ। ਔਰ ਜਿਹੜਾ ਇੰਪਲੋਇਮੈਂਟ ਜਨਰੇਸ਼ਨ ਹੈ ਉਹਦਾ ਬਜਟ ਅਕਾਲੀ ਦਲ ਦੇ ਬਜਟ ਨਾਲੋਂ 5 ਗੁਣਾ ਕਰ ਦਿੱਤਾ ਗਿਆ। ਇਸ ਸਾਲ ਵੀ ਹੁਣ ਮੈਨੂੰ ਯਾਦ ਤਾਂ ਨਹੀਂ, ਪਰ ਸ਼ਾਇਦ 450 ਕਰੋੜ ਇੰਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਨੂੰ ਇਸ ਸਾਲ ਇਸ ਬਜਟ 'ਚ ਤਜਵੀਜ਼ ਕੀਤਾ ਕਿ ਲੋਕ ਜਿਹੜੇ ਹੈ ਉਹ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ। ਔਰ ਸਾਡਾ ਜਿਹੜਾ ਇੰਪਲੋਇਮੈਂਟ ਪਲਾਨ ਹੈ ਉਹ ਜੁਲਾਈ ਤੱਕ ਅਸੀਂ ਸਰਕਾਰੀ ਨੌਕਰੀਆਂ 'ਚ 50,000 ਭਰਤੀਆਂ ਜਿਹੜੀਆਂ ਖਾਲੀ ਵੇਕੈਂਸੀਜ਼ ਪਈਆਂ ਅਸੀਂ ਉਹਨਾਂ ਨੂੰ ਭਰ ਲਾਂਗੇ। ਮੈਂ ਇਸੇ ਤੇ ਆਉਣ ਲੱਗਾ ਸੀ। 2017 ਚ ਨਾਰਾ ਦਿੱਤਾ ਗਿਆ ਸੀ ਘਰ ਘਰ ਰੋਜ਼ਗਾਰ। ਰੋਜ਼ਗਾਰ ਨੂੰ ਲੈ ਕੇ ਵਿਰੋਧੀ ਬੜੇ ਤੰਜ ਕੱਸਦੇ ਨੇ। ਉਹ ਕਹਿੰਦੇ ਨੇ ਕਿ ਪ੍ਰਾਈਵੇਟ ਕੰਪਨੀਆਂ ਲਿਆਂਦੀਆਂ ਜਾਂਦੀਆਂ, ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਬਹੁਤ ਤੰਜ ਕੱਸਦੇ ਕਿ ਉਦੋਂ ਤਾਂ ਚੋਣਾਂ 'ਚ ਤਾਂ ਕਹਿਤਾ ਕਿ ਘਰ ਘਰ ਨੌਕਰੀ, ਕੋਈ ਨੌਜਵਾਨ ਜਿਹੜਾ ਵਾ ਉਹ ਬੇਰੋਜ਼ਗਾਰ ਨਹੀਂ ਰਹੇਗਾ। ਦੇਖੋ ਅੱਜ ਪੰਜਾਬ ਦੇ ਟੋਟਲ ਜੇ ਤੁਸੀਂ ਕਹੋ ਕਿ ਸਰਕਾਰੀ ਮੁਲਾਜ਼ਮਤ ਮਿਲ ਜਾਏਗੀ, ਕਿਉਂਕਿ ਅੱਜ ਪੰਜਾਬ 'ਚ ਕੋਈ 50-60 ਲੱਖ ਨੌਜਵਾਨ ਬੱਚਾ ਹੈਗਾ। ਇਸ ਵੇਲੇ ਸਾਡਾ ਟੋਟਲ ਗਵਰਨਮੈਂਟ EMPLOYE 3,14,000 ਹੈ। ਤਾਂ ਇਹ ਕਹਿਣਾ ਕਿ 50 ਲੱਖ ਨੂੰ ਗਵਰਨਮੈਂਟ EMPLOYMENT ਦੇ ਇਹ ਤਾਂ ਪੋਸੀਬਲ ਨਹੀਂ ਹੈ। ਸੋ 3 ਪ੍ਰੋਂਗਡ ਸਟ੍ਰੈਟੇਜੀ ਹੈ। ਇੱਕ ਤਾਂ ਹੈ ਗਵਰਨਮੈਂਟ EMPLOYMENT, ਦੂਜਾ ਹੈ ਜਿਹਨੂੰ ਆਪਾਂ ਪ੍ਰਾਈਵੇਟ ਨੌਕਰੀ ਜਿਹਨੂੰ ਵੇਜ EMPLOYMENT ਕਹਿ ਦਿੰਦੇ ਹਾਂ, ਤੀਸਰਾ ਹੈਗਾ ਜਿਹਨੂੰ ਆਪਾਂ ਕਹਿ ਦਿੰਦੇ ਸੈਲਫ EMPLOYMENT। ਔਰ ਜਦੋਂ ਤਾਈਂ ਕੋਈ ਵੀ ਰਿਆਸਤ ਹੈ ਨਹੀਂ ਇਕੱਲਾ ਪੰਜਾਬ, ਮੈਂ ਅਮਰੀਕਾ ਕੈਨੇਡਾ ਦੀ ਵੀ ਗੱਲ ਕਰਦਾ, ਜਦੋਂ ਤਾਈਂ ਤੁਸੀਂ ਇਹ 3 ਪ੍ਰੋਂਗ ਸਟ੍ਰੈਟੇਜੀ ਨਹੀਂ ਵਰਤੋਗੇ ਤੁਸੀਂ ਇੰਪਲੋਇਮੈਂਟ ਦਾ ਜਿਹੜਾ ਹੈ ਅਨਇੰਪਲੋਇਮੈਂਟ ਦਾ ਕੋਈ ਹੱਲ ਨਹੀਂ ਸੋਚ ਸਕਦੇ। ਪੰਜਾਬ ਦੇ ਲੋਕਾਂ ਨੂੰ ਇੰਤਜ਼ਾਰ ਸੀ ਸ਼ਾਇਦ ਪੈਟਰੋਲ ਡੀਜ਼ਲ ਤੇ ਕੁਝ ਟੈਕਸ ਘਟੇ। ਯਾਰ ਇਹ ਮੈਨੂੰ ਬੜੇ ਲੋਕਾਂ ਨੇ ਕਿਹਾ, ਬਟ ਹੁਣ ਮਸਲਾ ਇਹ ਹੈ ਕਿ ਜਿਸ ਵੇਲੇ ਕਾਂਗਰਸ ਦੀ ਸਰਕਾਰ ਸੀਗੀ ਸੈਂਟਰ ਦੇ ਵਿੱਚ, ਹਾਲਾਂਕਿ ਉਦੋਂ ਕੱਚੇ ਤੇਲ ਦੀ ਆਲਮੀ ਮੰਡੀ 'ਚ ਤਕਰੀਬਨ $140 ਤੇ ਵੀ ਤੇਲ ਵਿਕਿਆ। ਉਦੋਂ 4 ਰੁਪਏ ਸੈਂਟਰਲ ਗਵਰਨਮੈਂਟ ਦਾ ਟੈਕਸ ਹੁੰਦਾ ਸੀ। ਅੱਜ ਉਹੀ ਟੈਕਸ ਜਿਹੜਾ ਹੈ 28 ਰੁਪਏ ਤੇ ਆ ਗਿਆ। ਸੈਂਟਰਲ ਗਵਰਨਮੈਂਟ ਆਪਣੇ ਟੈਕਸ ਘਟਾਉਣ ਨੂੰ ਤਿਆਰ ਨਹੀਂ, ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੰਟਰਨੈਸ਼ਨਲ ਪ੍ਰਾਈਸਿਸ ਨਾਲ ਲਿੰਕ ਕਰ ਦਾਂਗੇ। ਅੱਜ ਕੱਚੇ ਤੇਲ ਦੀ ਕੀਮਤ $60 ਤੇ ਹੈ। ਸੋ ਅਸੀਂ ਕਹਿ ਰਹੇ ਹਾਂ ਕਿ ਜੇ ਗਵਰਨਮੈਂਟ ਆਫ ਇੰਡੀਆ ਦਾ 26% ਹੈ ਔਰ ਪੰਜਾਬ ਦਾ ਜੇ 14% ਜਾਂ 16 ਰੁਪਏ ਹੈ ਲੀਟਰ ਦਾ, ਗਵਰਨਮੈਂਟ ਆਫ ਇੰਡੀਆ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ। ਦੇਖੋ ਸਟੇਟਾਂ ਦੀਆਂ ਜ਼ਿੰਮੇਵਾਰੀਆਂ ਕੀ ਹੈ। ਪੰਜਾਬ ਸਰਕਾਰ ਤੁਸੀਂ ਕਹਿ ਰਹੇ ਹੋ ਕਿ ਇਸ ਵੇਲੇ ਹਾਲਾਤ ਨਹੀਂ ਹੈ ਕਿ ਘਟਾ ਪਾਏ। ਸਟੇਟਾਂ ਦੀਆਂ ਜ਼ਿੰਮੇਵਾਰੀਆਂ ਕੀ ਹੈ? ਅਸੀਂ ਪੁਲਿਸ ਵੀ ਚਲਾਣੀ ਹੈ, ਅਸੀਂ ਐਜੂਕੇਸ਼ਨ ਵੀ ਚਲਾਣੀ ਹੈ, ਅਸੀਂ ਹਸਪਤਾਲ ਵੀ ਚਲਾਉਣੇ ਹੈ, ਅਸੀਂ ਜੇਲ੍ਹਾਂ ਵੀ ਚਲਾਉਣੀ ਹੈ, ਅਸੀਂ ਬੁਢਾਪਾ ਪੈਨਸ਼ਨ ਵੀ ਦੇਣੀ ਹੈ। ਅਸੀਂ ਸਾਰੇ ਵੈਲਫੇਅਰ ਐਕਟੀਵਿਟੀਜ਼ ਜਿਹੜੀਆਂ ਉਹ ਸਟੇਟ ਨੇ ਕਰਨੀਆਂ। ਤੇ ਜੇ ਕਿਤੋਂ ਪੈਸੇ ਨਹੀਂ ਆਉਣਗੇ ਤਾਂ ਫਿਰ ਜਿਹੜੀ ਮੈਂ ਤੁਹਾਨੂੰ ਕਿਹਾ ਫ੍ਰੀ ਟਰੈਵਲ ਫॉर ਵੂਮਨ ਜਾਂ ਬੁਢਾਪਾ ਪੈਨਸ਼ਨ ਡਬਲ ਹੋ ਗਈ, ਫਿਰ ਇਹ ਪੈਸੇ ਕਿੱਥੋਂ ਆਉਣਗੇ? ਆਫਟਰ ਆਲ ਕੰਪੀਟਿੰਗ ਇੰਟਰਸਟ ਹੈਗੇ ਔਰ ਉਹਨਾਂ ਨੂੰ ਲੈ ਕੇ ਕਿਤੋਂ ਨਾ ਕਿਤੋਂ ਪੈਸੇ ਆਣੇ ਪੈਣੇ। ਔਰ ਮੈਂ ਫਿਰ ਕਹਿੰਦਾ ਸਭ ਤੋਂ ਜਿਹੜਾ ਵੱਡਾ ਅਧਿਕਾਰ ਹੈ ਉਹ ਗਰੀਬ ਦਾ ਹੈ ਔਰ ਬੇਬਸ ਤੇ ਜਿਹੜਾ ਮਸਕੀਨ ਹੁੰਦਾ, ਗਵਰਨਮੈਂਟ ਰੈਵਨਿਊਜ਼ ਤੇ ਅਧਿਕਾਰ ਸਭ ਤੋਂ ਜ਼ਿਆਦਾ ਉਹਦਾ ਹੁੰਦਾ। ਪਿਛਲੇ ਬਜਟ 'ਚ ਤੁਸੀਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਹਾਲਾਤ 3 ਸਾਲਾਂ 'ਚ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਅਕਾਲੀ ਸਰਕਾਰ ਵੇਲੇ ਹਾਲਾਤ ਕਾਫੀ ਜ਼ਿਆਦਾ ਵਿਗੜ ਗਏ ਸੀ, ਵਿੱਤੀ ਹਾਲਾਤ। ਇਸ ਸਾਲ ਹਾਲਾਤ ਹੋਰ ਬਿਹਤਰ ਹੋਣਗੇ, ਲੇਕਿਨ ਪਿਛਲੇ ਸਾਲ ਕੋਵਿਡ ਆ ਗਿਆ। ਕੋਵਿਡ ਦਾ ਕਿੰਨਾ ਨੁਕਸਾਨ ਤੁਹਾਨੂੰ ਲੱਗਾ ਕਿ ਹੋਇਆ ਔਰ ਕਿੰਨਾ ਫਰਕ ਜਿਹੜਾ ਉਹ ਪਿਆ ਹੋਇਆ ਔਰ ਕਿੰਨਾ ਤੁਹਾਡੇ ਉੱਤੇ ਦਬਾਅ ਸੀਗਾ? ਦੇਖੋ ਇਨਸਾਨੀ ਤਵਾਰੀਖ ਦੇ ਵਿੱਚ ਕੋਵਿਡ ਵਰਗੀ ਮਹਾਮਾਰੀ ਦੀ ਕੋਈ ਮਿਸਾਲ ਨਹੀਂ ਮਿਲਦੀ। ਔਰ ਇਕੱਲਾ ਪੰਜਾਬ ਨਹੀਂ, ਮੈਂ ਕਹਿੰਦਾ ਜਿਹੜੇ ਦੁਨੀਆ ਦੇ ਵੱਡੇ ਵੱਡੇ ਮੁਲਕ ਸੀ, ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਇਟਲੀ, ਉਹ ਵੀ ਲੜਖੜਾ ਗਏ ਆ। ਚਲੋ ਅਮਰੀਕਾ ਕੋਲ ਤਾਂ ਆਪਦੀ ਪ੍ਰੈਸ ਹੈ, ਉਹ ਤਾਂ ਆਪਣੇ ਨੋਟ ਡਾਲਰ ਛਾਪ ਲੈਂਦੇ ਆ, ਪਰ ਕੋਈ ਵੀ ਦੁਨੀਆ ਤੇ ਐਸੀ ਕੋਈ ਰਿਆਸਤ ਹੈ ਨਹੀਂ
ਜਿਹੜੇ ਕਿ ਇਸ ਵੇਲੇ तमाम ਬਿਲਕੁਲ ਜਾਂ ਤਾਂ ਜਿਹਨੂੰ ਬੈਕਫੁੱਟ ਤੇ ਨਹੀਂ ਆ ਗਈ ਜਾਂ ਰਿਸੈਸ਼ਨ 'ਚ ਨਹੀਂ ਆ ਗਈ। ਬਾਵਜੂਦ ਇਸ ਦੇ ਅਸੀਂ ਪੰਜਾਬ ਦੇ ਜਿਹੜੇ ਫਾਈਨੈਂਸਿਸ ਸੀ, ਆਪਣੇ ਖਰਚੇ ਸੀ, ਆਪਣੀ ਆਮਦਨ ਸੀ, ਉਹਨੂੰ ਇਸ ਕਦਰ ਬਣਾ ਕੇ ਰੱਖਿਆ ਕਿ ਸਾਨੂੰ ਕਿਸੇ ਦੇ ਸਾਹਮਣੇ ਹੱਥ ਨਹੀਂ ਕਰਨੇ ਪਏ। ਔਰ ਕਿਉਂਕਿ ਪਬਲਿਕ ਫਾਈਨੈਂਸ ਦੀ ਲੋਕਾਂ ਨੂੰ ਦਿਲਚਸਪੀ ਤਾਂ ਹੁੰਦੀ ਨਹੀਂ, ਸਾਡੀ ਜਿਹੜੀ ਬੋਰੋਇੰਗ ਲਿਮਿਟ ਹੈ, ਅਸੀਂ ਕਿੰਨਾ ਕਰਜ਼ਾ ਲੈ ਸਕਦੇ ਹਾਂ, ਇਹ ਮਹਦੂਦ ਹੁੰਦੀ ਹੈ 3% ਤੇ। ਐਤਕੀ ਕਿਉਂਕਿ ਹਾਲਾਤ ਹੀ ਐਸੇ ਬਣ ਗਏ, ਗਵਰਨਮੈਂਟ ਆਫ ਇੰਡੀਆ ਨੇ ਕਿਹਾ ਤੁਸੀਂ 5% ਬੋਰੋ ਕਰ ਲਓ, ਪਰ ਅਸੀਂ ਜਿਹੜਾ ਆ ਰਵਾਂ ਸਾਲ ਹੈ ਇਹਨੂੰ 3% ਤੇ ਚਲਾਇਆ। ਅਸੀਂ 2% ਐਕਸਟਰਾ ਬੋਰੋਇੰਗ ਨਹੀਂ ਕੀਤੀ, ਔਰ ਅਸੀਂ ਹੋ ਸਕਦਾ ਹੈ ਇਹ ਅਗਲੀ ਜਿਹੜੀ ਆ 2% ਹੈ ਸ਼ਾਇਦ ਇਹਨੂੰ ਅਸੀਂ ਕੈਰੀ ਫਾਰਵਰਡ ਕਰ ਲਈਏ ਅਗਲੇ ਸਾਲ ਦੇ ਵਿੱਚ, ਪਰ ਕੋਸ਼ਿਸ਼ ਕਰਾਂਗੇ ਕਿ ਜੋ ਵੀ ਪਰਮਿਸਿਬਲ ਲਿਮਿਟ ਹੈ ਉਹਦੇ ਵਿੱਚ ਲਈਏ। ਔਰ ਲੋਕਾਂ ਦੇ ਤਾਂ ਕਈ ਵਾਰੀ ਸਮਝ 'ਚ ਵੀ ਨਹੀਂ ਆਉਂਦੀ ਵੀ ਹਾਲਾਤ, ਦੁਨੀਆ ਦੇ ਹਾਲਾਤ, ਕਾਰੋਬਾਰ ਦੇ ਹਾਲਾਤ, ਮਤਲਬ ਇੱਕ ਦੁਨੀਆ ਹੀ ਨਵੀਂ ਪੈਦਾ ਹੋ ਗਈ ਹੈ। ਇੱਕ ਦੁਨੀਆ ਸੀ ਜਿਹੜੀ ਕੋਵਿਡ ਤੋਂ ਪਹਿਲਾਂ ਹੁੰਦੀ ਸੀ, ਇੱਕ ਦੁਨੀਆ ਜਿਹੜੀ ਕੋਵਿਡ ਤੋਂ ਬਾਅਦ ਚਾਹੀਏ। ਅਕਾਲੀ ਦਲ, ਆਮ ਆਦਮੀ ਪਾਰਟੀ ਤੰਜ ਕੱਸ ਰਿਹਾ, ਉਹ ਕਹਿ ਰਿਹਾ ਕਿ ਸ਼ਾਇਰੀ ਸੁਣਾਈ ਜਾਂਦੀ ਹੈ, ਵਾਅਦੇ ਜਿਹੜੇ ਨੇ ਉਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ, ਸਿਰਫ ਵੱਡੇ ਵੱਡੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ। ਯਾਰ ਦੇਖੋ, ਇੱਕ ਲੋਕ ਰਾਜ ਦੇ ਵਿੱਚ ਤਾਂ ਜੋ ਤਕਾਜ਼ੇ ਹੁੰਦੇ ਆ, ਲੋਕ ਰਾਜ ਦੇ ਵਿੱਚ ਤਾਂ ਲੋਕ ਹੀ ਹੁੰਦੇ ਨਾ। ਮਿਊਨਿਸਪਲ ਇਲੈਕਸ਼ਨਸ ਹੋਏ, ਰੂਰਲ ਬਾਡੀਜ਼ ਦੇ ਇਲੈਕਸ਼ਨ ਹੋਏ, ਲੋਕ ਸਭਾ ਦੇ ਇਲੈਕਸ਼ਨ ਹੋਏ, ਪੰਜਾਬ ਦੇ ਲੋਕ ਜੇ ਵੀ ਕਾਂਗਰਸ ਪਾਰਟੀ ਤੇ ਇਤਬਾਰ ਕਰਦੇ, ਅਜੇ ਤੱਕ ਉਹ ਅਕਾਲੀ ਦਲ ਤੇ ਆਪ ਤੇ ਇਤਬਾਰ ਕਰਨ ਨੂੰ ਤਿਆਰ ਨਹੀਂ। ਔਰ ਮੈਂ ਨੇਕ ਨੀਤੀ ਨਾਲ, ਮੈਂ ਕੋਈ ਸਿਆਸੀ ਸ਼ੋਕਾਬਾਜ਼ੀ ਨਾਲ ਨਹੀਂ ਕਹਿ ਰਿਹਾ, ਕਾਂਗਰਸ ਪਾਰਟੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਾਲ ਸੂਬਾ ਚਲਾਉਂਦੀ ਹੈ। ਔਰ ਇਹ ਜਿਹੜੇ ਸਾਡੇ ਹਰੀਫ ਹੈ, ਸ਼ਾਇਦ ਇਹ ਇੰਨੀ ਜ਼ਿੰਮੇਵਾਰੀ ਨਾਲ ਇਹ ਸੂਬਾ ਨਹੀਂ ਚਲਾਉਂਦੇ, ਔਰ ਪੰਜਾਬ ਦੇ ਲੋਕ ਇਹਨੂੰ ਸਮਝਦੇ ਆ। ਉਹ ਕੁਝ ਵੀ ਕਹੀ ਜਾਣ, ਮਤਲਬ ਉਹਨਾਂ ਨੂੰ ਰੋਕ ਤਾਂ ਨਹੀਂ ਸਕਦੇ, ਪਰ ਅਖੀਰ ਲੋਕ ਰਾਜ ਦੇ ਵਿੱਚ ਲੋਕਾਂ ਦੀ ਗੱਲ ਮੰਨੀ ਜਾਣੀ ਹੈ। ਸੋ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਹੈ, ਲੋਕ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਜਾਂ ਕਾਂਗਰਸ ਪਾਰਟੀ ਤੇ ਹੀ ਇਤਬਾਰ ਕਰਦੇ। ਆਮ ਆਦਮੀ ਪਾਰਟੀ ਦਾ ਤੰਜ ਕੱਸ ਰਹੀ, ਉਹ ਕਹਿ ਰਹੀ ਕਿ ਪ੍ਰਸ਼ਾਂਤ ਕਿਸ਼ੋਰ ਨੇ 2017 ਚ ਜੋ ਝੂਠੇ ਵਾਅਦੇ ਕੀਤੇ ਸੀ ਉਹੀ ਝਲਕ ਇਸ ਮੈਨੀਫੈਸਟੋ 'ਚ ਨਜ਼ਰ ਆ ਰਹੀ ਹੈ। ਦੇਖੋ, ਮੈਂ ਉਹਨਾਂ ਤੇ ਕੀ ਕਮੈਂਟ ਕਰੂੰਗਾ, ਮਤਲਬ ਅੱਛਾ ਹੀ ਨਹੀਂ ਲੱਗਦਾ। ਬਟ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਸ ਕਿਸਮ ਦੇ ਹਾਲਾਤ ਸੀ, 30,000 ਕਰੋੜ ਦਾ CCL ਦਾ ਕਰਜ਼ਾ, 8,000 ਕਰੋੜ ਦੇਣਦਾਰੀਆਂ, 38,000 ਕਰੋੜ ਪੰਜਾਬ ਦਾ ਖਜ਼ਾਨਾ ਬੰਦ ਸੀ, ਔਰ ਉਸ ਸਾਰੇ ਹਾਲਾਤ ਤੋਂ ਪੰਜਾਬ ਦੀ ਕਿਸ਼ਤੀ ਕਿਸੇ ਬਨੇਰੇ ਲਾਤੀ ਹੈ, ਕਿਸੇ ਕੰਢੇ ਲਾਤੀ ਹੈ, ਔਰ ਅਖੀਰ ਤਾਂ ਲੋਕਾਂ ਨੂੰ ਜਵਾਬ ਦੇ ਹੈ, ਔਰ ਉਸ ਤੋਂ ਇਲਾਵਾ ਪਰਮਾਤਮਾ ਨੂੰ ਜਵਾਬ ਦੇ ਹੈ। ਤਾਂ ਮੈਂ ਅੱਜ ਸੁਰਖਰੂ ਹੈ ਕਿ ਜਿੰਨੀ ਪਰਮਾਤਮਾ ਨੇ ਮੈਨੂੰ ਅਕਲ ਬਖਸ਼ੀ ਸੀ ਔਰ ਜਿੰਨੀ ਮੇਰੀ ਹੈਸੀਅਤ ਸੀ, ਮੈਂ ਪੰਜਾਬ ਵਾਸਤੇ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ CCL ਦਾ ਜ਼ਿਕਰ ਕੀਤਾ, ਪਰਮਿੰਦਰ ਢੀਂਡਸਾ ਹੋਰਾਂ ਨਾਲ ਮੇਰੀ ਕੱਲ ਗੱਲਬਾਤ ਹੋ ਰਹੀ ਸੀ, ਉਹ ਕਹਿ ਰਹੇ ਸੀਗੇ ਕਿ 31,000 ਕਰੋੜ 10 ਸਾਲਾਂ 'ਚ ਨਹੀਂ ਹੋਇਆ, 20 ਸਾਲਾਂ 'ਚ ਹੋਇਆ, ਔਰ ਉਸ ਵੇਲੇ ਜੋ ਦਸਤਖਤ ਕਰਨੇ ਪਏ, ਮਜਬੂਰੀ ਸੀਗੀ, ਨਹੀਂ ਤਾਂ ਜਿਹੜੇ ਬੈਂਕ ਨੇ ਉਹਨਾਂ ਨੇ ਪੈਸਾ ਦੇਣਾ ਬੰਦ ਕਰਤਾ ਸੀਗਾ। ਉਸ ਵੇਲੇ ਉਹ ਹਾਲਾਤ ਸੀਗੇ। ਕਾਂਗਰਸ ਇਸ ਨੂੰ ਸਿਰਫ ਚੁਣਾਵੀ ਮੁੱਦਾ ਬਣਾਉਂਦੀ ਹੈ। ਨਹੀਂ ਸਾਹਿਬ, ਪਹਿਲੀ ਗੱਲ ਤਾਂ 20 ਸਾਲ ਨਹੀਂ ਸੀ ਤਾਂ 10 ਸਾਲ ਹੀ ਅਕਾਲੀ ਦਲ ਦੇ। ਦੂਜਾ ਹੈਗਾ ਕਿ ਦਸਤਖਤ ਉਦੋਂ ਹੋਏ ਜਦੋਂ ਇੱਕ ਦਿਨ ਪਹਿਲਾਂ ਸਵੇਰੇ ਜਦੋਂ ਵੋਟਾਂ ਦੀ ਗਿਣਤੀ ਹੋਣੀ ਸੀ, ਤੁਸੀਂ ਇੱਕ ਦਿਨ ਸ਼ਾਮ ਨੂੰ ਤੁਸੀਂ 24 ਘੰਟੇ ਹੋਰ ਇੰਤਜ਼ਾਰ ਕਰ ਦਿੰਦੇ। ਜੇ ਸੈਂਟਰਲ ਗਵਰਨਮੈਂਟ ਪੈਸੇ ਨਹੀਂ ਦੇ ਰਹੀ ਸੀ ਔਰ ਤੁਹਾਨੂੰ ਪਤਾ ਸੀ ਕਿ ਸ਼ਾਇਦ ਅਸੀਂ ਇਲੈਕਸ਼ਨ ਨਾ ਜਿੱਤੀ, ਫਿਰ ਤੁਹਾਨੂੰ ਕਾਹਦੀ ਸਿਰਦਰਦੀ ਸੀ? ਸਿਰਦਰਦੀ ਇਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਸ਼ਾਇਦ ਇਹ ਪਤਾ ਸੀ ਕਿ ਸ਼ਾਇਦ ਇਹਦੇ 'ਚ ਕੋਈ ਕੁਪਲੇ ਅਸੀਂ ਕੀਤੇ ਹੈ, ਜਿਹੜੀ ਅਗਲੀ ਪਾਰਟੀ ਆਊਗੀ ਇਹਨੂੰ ਅਸੀਂ ਰਫਾ ਦਫਾ ਕਰ ਦਈਏ। ਸਾਨੂੰ ਸਿਰਫ ਇਹੀ ਗਿਲਾ ਹੈ। ਔਰ ਪਰਮਿੰਦਰ ਸਾਹਿਬ ਬੜੇ ਲਿਆਕਤ ਵਾਲੇ ਔਰ ਬੜੇ ਸਮਝਦਾਰ ਹੈ, ਔਰ ਮੈਂ ਜ਼ਾਤੀ ਤੌਰ ਤੇ ਉਹਨਾਂ ਦੀ ਬੜੀ ਕਦਰ ਕਰਦਾ, ਔਰ ਮੈਂ ਸਮਝਦਾ ਕਿ ਕੋਈ ਦਿਨ ਆਊਗਾ ਜਦੋਂ ਪਰਮਿੰਦਰ ਇਹਦੀ ਅਸਲੀਅਤ ਜਿਹੜੀ ਹੈ ਉਹ ਅਕਾਲੀ ਦਲ ਦੀ ਪੋਲਿਟਿਕਸ ਜਾਂ ਆਪਣੀ ਜ਼ਾਤ ਦੀ ਪੋਲਿਟਿਕਸ ਤੋਂ ਹਟ ਕੇ ਇਹ ਬਿਆਨ ਕਰੂਗਾ ਕਿ ਕਿਸ ਕਿਸਮ ਦਾ ਪ੍ਰੈਸ਼ਰ ਸੀ ਔਰ ਕੌਣ ਉਹਨਾਂ ਤੇ ਪ੍ਰੈਸ਼ਰ ਦੇ ਰਿਹਾ ਸੀ। ਪੰਜਾਬ 'ਚ ਸਭ ਤੋਂ ਜ਼ਿਆਦਾ ਵਾਰ ਬਜਟ ਤੁਸੀਂ ਪੇਸ਼ ਕਰ ਰਹੇ ਹੋ, ਔਰ ਅਜਿਹੇ 'ਚ ਅਗਲੇ ਸਾਲ 2022 'ਚ ਚੋਣਾਂ ਨੇ, ਪ੍ਰੈਸ਼ਰ ਸੀਗਾ ਤੁਹਾਨੂੰ 2000? ਕਿਉਂਕਿ ਕੋਈ ਵਿਰੋਧੀ ਇਹ ਵੀ ਕਹੀ ਜਾਂਦੇ ਕਿ 2022 ਨੂੰ ਧਿਆਨ 'ਚ ਰੱਖ ਕੇ ਪਲੈਨਿੰਗ ਜਿਹੜੀ ਹੈ ਉਹ ਕੀਤੀ ਗਈ। 2022 ਦੀ ਝਲਕ ਸੀਗੀ, 2022 ਦਾ ਪ੍ਰੈਸ਼ਰ ਸੀ, ਕਾਂਗਰਸ ਪਾਰਟੀ ਦਾ ਪ੍ਰੈਸ਼ਰ ਸੀ। ਨਹੀਂ, ਇਹ ਨਹੀਂ ਹੁੰਦਾ। ਬਜਟ ਜਿਹੜਾ ਜਦੋਂ ਬਣਦੇ ਆ, ਬਜਟ ਸਾਜ਼ੀ ਜਿਹੜੀ ਹੈ ਉਹ ਕੋਈ ਨਵੰਬਰ 'ਚ ਸ਼ੁਰੂ ਹੋ ਜਾਂਦੀ ਹੈ, ਔਰ ਸਾਰੇ ਡਿਪਾਰਟਮੈਂਟਸ ਨਾਲ ਮੀਟਿੰਗਸ ਹੁੰਦੀਆਂ, ਬਾਇਲੈਟਰਲ ਮੀਟਿੰਗਸ ਹੁੰਦੀਆਂ, ਫਿਰ ਉਹ ਆਪਣੀਆਂ ਖੁਆਇਸ਼ਾਂ ਦੱਸਦੇ ਆ,
ਫਿਰ ਸਾਰੇ ਦੀ ਇੱਕ ਕੰਪੀਟਿੰਗ ਇੰਟਰਸਟ ਹੁੰਦੇ ਆ ਕਿ ਕਿਹਨੂੰ ਕਿਵੇਂ ਦੇਣਾ ਹੈ, ਫਿਰ ਸਾਡੇ ਰਿਸੋਰਸਸ ਕਿੰਨੇ ਹੁੰਦੇ ਆ, ਉਸ ਕਿਸਮ ਨਾਲ ਤਕਸੀਮ ਹੁੰਦੀ ਹੈ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਨੂੰ ਕਿਉਂਕਿ ਜਿਸ ਪੋਜੀਸ਼ਨ 'ਚ ਮੈਂ ਹੈ, ਮੈਨੂੰ ਪੰਜਾਬ ਦੀ ਚਿੰਤਾ ਰਹਿੰਦੀ ਹੈ, ਮੈਨੂੰ ਹਾਲ ਦੀ ਵੀ ਚਿੰਤਾ ਹੈ, ਔਰ ਮੈਨੂੰ ਚਿੰਤਾ ਔਰ ਮੈਂ ਫਿਕਰ ਇਸ ਗੱਲ ਦਾ ਵੀ ਕਰਦਾ ਕਿ ਜਿਹੜੇ ਅੱਜ ਦੇ ਸਾਡੇ ਅਮਲ ਹੈ ਇਹ ਅਗਲੀਆਂ ਨਸਲਾਂ ਤੇ ਇਹਦਾ ਕੀ ਅਸਰ ਪਊਗਾ। ਸੋ ਦੋਨਾਂ ਚੀਜ਼ਾਂ ਸੋਚ ਕੇ ਕਿ ਇਹ ਨਹੀਂ ਕਿ ਜਿਵੇਂ ਮੈਂ ਮਾਂ-ਬਾਪ ਹੈ, ਮੇਰੇ ਦੋ ਬੱਚੇ ਹੈ, ਜੇ ਮੈਂ ਆਪਣੇ ਬੱਚਿਆਂ ਦੀ ਸਾਰੀ ਪੂੰਜੀ ਖਤਮ ਕਰ ਦੂੰਗਾ ਔਰ ਮੇਰੇ ਬੱਚਿਆਂ ਨੂੰ ਸੜਕਾਂ ਤੇ ਜਾਂ ਕਿਸੇ ਮਤਲਬ ਇਹੋ ਜਿਹੀ ਜਗ੍ਹਾ ਤੇ ਤੁਰਨਾ ਫਿਰਨਾ ਪਵੇ ਜਿੱਥੇ ਅਸੀਂ ਕਦੇ ਨਹੀਂ ਤੁਰੇ, ਤਾਂ ਮੈਂ ਸਮਝਦਾ ਇਹ ਤਾਂ ਫਿਰ ਬੇਇਨਸਾਫੀ ਹੋਊਗੀ। ਸੋ ਜਿਹੜੇ ਲੀਡਰ ਹੁੰਦੇ ਆ ਇਹ ਵੀ ਮਾਂ-ਬਾਪ ਦੀ ਹੈਸੀਅਤ ਰੱਖਦੇ ਔਰ ਜਿਵੇਂ ਮਾਂ-ਬਾਪ ਨੂੰ ਆਪਣੀ ਔਲਾਦ ਦੀ ਚਿੰਤਾ ਹੁੰਦੀ ਹੈ, ਸਰਕਾਰ ਨੂੰ ਔਰ ਮੇਰੇ ਵਰਗੇ ਲੋਕਾਂ ਨੂੰ ਆਪਣੀ ਕੌਮ ਦੀ ਚਿੰਤਾ ਹੈ। मेरे दो आखिर से सवाल है, मुलाजम बहुत खफा रहे ने, मुलाजम लगातार चाहे कॉन्ट्रैक्ट मुलाजम हों चाहे सरकारी मुलाजम हों, उन्हां लई इस बजट च की है? इस बजट दे विच 9,000 करोड़ जिहड़ी पे कमीशन दी रिपोर्ट है अज हले आई नहीं, पर 1 जुलाई तो क्योंकि कमीशन ने कहा कि ਅਸੀਂ 31 मार्च तक दे देंगे या अप्रैल च दे देंगे ਔਰ ਅਗਲੇ ਕੁਆਟਰ ਤੋਂ ਉਹਨੂੰ ਲਾਗੂ ਕਰ ਦਾਂਗੇ, ਜੋ ਵੀ ਇਹਨਾਂ ਦੀਆਂ ਵਧੀਆਂ ਜਿਹੜੇ ਸਕੇਲ ਹੈ ਔਰ ਜਿਹੜੇ ਬਾਕੀ ਏਰੀਅਰਸ ਵਗੈਰਾ ਹੈ ਉਹ ਕਿਸ਼ਤਾਂ 'ਚ ਅਸੀਂ ਲਾ ਦਾਂਗੇ। ਆਖਰੀ ਸਵਾਲ, ਕੀ ਮਨਪ੍ਰੀਤ ਨੂੰ ਵਿਸ਼ਵਾਸ ਹੈ ਕਿ 2022 ਚ ਵੀ ਮਨਪ੍ਰੀਤ ਚੋਣਾਂ ਤੋਂ ਬਾਅਦ ਵੀ ਬਜਟ ਜਿਹੜਾ ਅਗਲਾ ਪੇਸ਼ ਕਰਨਗੇ ਔਰ ਉਸ ਦੇ ਲਈ ਤਿਆਰੀ ਹੈ? ਸਾਹਿਬ ਇਹ ਤਾਂ ਪਰਮਾਤਮਾ ਦੇ ਹੱਥ ਹੁੰਦਾ ਹੈ ਔਰ ਮੈਨੂੰ ਲੱਗਦਾ ਪਰਮਾਤਮਾ ਜੇ ਇੱਕ ਚੀਜ਼ ਤੇ ਨਾ ਖੁਸ਼ ਹੁੰਦਾ ਹੈ ਤਾਂ ਉਹ ਹੈ ਹੰਕਾਰ ਜਾਂ ਗਰੂਰ ਤੇ। ਔਰ ਮੈਨੂੰ ਲੱਗਦਾ ਮੈਂ 9 ਸਾਲ ਕਰ ਲਿਆ ਹੈ ਔਰ ਇਹ ਕੰਮ ਬੜਾ ਸਖਤ ਹੈ। ਅਗਲੀ ਵਾਰੀ ਕੋਸ਼ਿਸ਼ ਜੇ ਬਣ ਗਏ ਤਾਂ ਰੱਬ ਤੋਂ ਡਰ ਕੇ ਕਹਿੰਦੇ ਕੋਈ ਹੋਰ ਮਹਿਕਮਾ ਲਵਾਂਗੇ, ਫਾਈਨੈਂਸ ਕਿਸੇ ਤੁਸੀਂ ਮੰਗਿਆ ਸੀ 17 ਚ ਬਠਿੰਡਾ, ਤੁਸੀਂ ਕਹਿੰਦੇ ਸੀਗੇ ਕਿ ਮੈਨੂੰ ਖਜ਼ਾਨਾ ਮਹਿਕਮਾ ਦਿਓ। ਚਲੋ, ਪਰ ਮੈਂ ਹੁਣ ਆਪਣਾ ਸਬਕ ਸਿੱਖ ਲਿਆ ਔਰ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਜਾਂ ਤਾਂ ਜੰਗਲਾਤ ਦਾ ਜਾਂ ਖੇਡਾਂ ਦਾ ਜਾਂ ਟੂਰਿਜ਼ਮ ਕੋਈ ਸੌਖਾ ਮਹਿਕਮਾ ਲਈਏ ਕਿ ਇਹਦੇ ਨਾਲ ਦੁਸ਼ਮਣ ਜਿਹੜੇ ਆ ਜ਼ਿਆਦਾ ਬਣਦੇ ਆ, ਦੋਸਤ ਜਿਹੜੇ ਘੱਟ ਰਹਿ ਜਾਂਦੇ। ਧੰਨਵਾਦ। ਥੈਂਕ ਯੂ। ਤਾਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਪੇਸ਼ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਨਿਊਜ਼ 18 ਤੇ ਜੁੜੇ ਕੀ ਬਜਟ ਦੇ ਵਿੱਚ ਲਿਆਂਦਾ ਗਿਆ ਹੈ ਔਰ ਖਾਸ ਤੌਰ ਤੇ ਕਿਸਾਨਾਂ ਦੇ ਲਈ ਕੀ ਕੁਝ ਹੈ, ਨੌਜਵਾਨਾਂ ਦੇ ਲਈ ਕੀ ਕੁਝ ਹੈ, तमाम ਜਾਣਕਾਰੀ ਖੁੱਲ ਕੇ ਨਿਊਜ਼ 18 ਦੇ ਨਾਲ ਦਿੱਤੀ। ਧੰਨਵਾਦ। ਸਾਡੇ ਨਾਲ ਖਜ਼ਾਨਾ ਮੰਤਰੀ ਹੋਰਾਂ ਦੇ ਧਰਮ ਪਤਨੀ, ਉਹਨਾਂ ਦੇ ਗ੍ਰਹਿ ਮੰਤਰੀ ਵਿਨੂ ਬਾਦਲ ਮੌਜੂਦ ਨੇ। ਵਿਨੂ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਇਸ ਬਜਟ ਨੂੰ, ਖਾਸ ਤੌਰ ਤੇ ਅੱਜ ਤਾਂ ਔਰਤਾਂ ਦਾ ਦਿਨ ਹੈ? ਸੋ ਅੱਜ ਇੱਕ ਬੜਾ ਸੋਹਣਾ ਦਿਨ ਕਿ ਵਿਮਨਸ ਡੇ ਤੇ ਇਹ ਅਨਾਉਂਸਮੈਂਟ ਕਰਨੀ ਜਿਹੜੀ ਸਭ ਤੋਂ ਵੱਡੀ ਕਿ ਔਰਤਾਂ ਲਈ ਟਰੈਵਲ ਜਿਹੜੀ ਫ੍ਰੀ ਕਰਤਾ ਬੱਸਾਂ ਤੇ, ਤਾਂ ਉਹਦੇ ਨਾਲ ਉਹ ਇੱਕ ਬੜੀ ਵੱਡੀ ਮੇਰਾ ਖਿਆਲ ਹੈ ਔਰ ਖਾਸ ਕਰਕੇ ਅੱਜ ਦੇ ਦਿਨ ਤੇ ਉਹ ਅਨਾਉਂਸਮੈਂਟ ਵਿਮਨਸ ਡੇ ਤੇ ਕਰਨੀ, ਕਿਉਂਕਿ ਔਰਤਾਂ ਲਈ ਕਿੰਨਾ ਜ਼ਿਆਦਾ ਸੌਖਾ ਹੋ ਜਾਊਗਾ, ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣ ਦੀ ਲੋੜ ਵੀ, ਪੈਸੇ ਮੰਗਣ ਨੂੰ, ਕਿਤੇ ਜਾਣਾ, ਕਿਸੇ ਨੂੰ ਮਿਲਣਾ, ਆਪਦੇ ਬੱਚੇ ਨੂੰ, ਬੱਚੀਆਂ ਨੇ ਕੰਮ ਤੇ ਅੱਜ ਕੱਲ੍ਹ ਜਾਣਾ, ਬੱਚੀਆਂ ਕਾਲਜ ਚੋਂ ਕਈ ਵਾਰੀ ਡ੍ਰੌਪ ਆਊਟ ਕਰ ਜਾਂਦੀਆਂ ਇਸੇ ਤੇ ਕਿ ਖਰਚਾ ਨਹੀਂ ਪੂਰਾ ਆਉਂਦਾ। ਸੋ ਸਾਰਾ ਦੇਖ ਕੇ ਬੜੀ ਵੱਡੀ ਅੱਜ ਲਈ ਖਬਰ ਹੈ। ਮੁੱਖ ਤੌਰ ਤੇ ਤੁਹਾਡੀ ਕੀ ਨਜ਼ਰ ਸੀ ਕਿ ਅੱਜ ਦੇ ਬਜਟ ਦੇ ਵਿੱਚ ਆਹ 2-3 ਚੀਜ਼ਾਂ ਜਿਹੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਉਹ ਹੋ ਗਈਆਂ, ਜਾਂ ਫਿਰ ਐਸੀ ਵੀ ਕੋਈ ਲੱਗਦੀ ਹੈ ਤੁਹਾਨੂੰ ਕਿ ਬਾਲ ਸਭਾ ਵੀ ਕਰਨਾ ਚਾਹੀਦਾ ਸੀ ਪਰ ਤੁਸੀਂ ਨਹੀਂ ਕੀਤਾ? ਬੁਢਾਪਾ ਪੈਨਸ਼ਨ ਦੀ ਬੜੀ ਉਹ ਇੱਕ ਬੜੀ ਵੱਡੀ ਖੁਸ਼ੀ ਕਿ ਉਹ ਜਿਹੜਾ ਅੱਜ 1500 ਹੋ ਗਿਆ, ਉਹਨੂੰ ਵੀ ਲੈ ਕੇ ਵੀ ਜਿਹੜਾ ਹੈਗਾ ਇਤਰਾਜ਼ ਹੋ ਰਿਹਾ ਹੈ ਕਿ ਵਾਅਦਾ ਫਿਰ ਪੂਰਾ ਨਹੀਂ ਹੋ ਸਕਿਆ ਗਿਆ, ਅਜੇ ਵੀ ਅੱਧ ਵਿਚਾਲੇ ਲਟਕ ਰਿਹਾ। ਜੇ ਕੋਵਿਡ ਦਾ ਪਿਛਲਾ ਸਾਲ ਨਾ ਹੁੰਦਾ ਤਾਂ ਉਹ ਅੱਜ 2000 ਹੀ ਕਰ ਦਿੱਤਾ ਹੁੰਦਾ, ਪਰ ਡਬਲ ਕਰਤੀ ਅੱਗੇ ਨਾਲੋਂ, ਉਹਦੇ ਨਾਲ ਵੀ ਬੜਾ ਜ਼ਿਆਦਾ ਆਰਾਮ ਆਊਗਾ ਬਜ਼ੁਰਗਾਂ ਨੂੰ। ਮੇਰੀ ਚੱਲੇ ਮੈਂ ਤਾਂ ਉਦੋਂ ਵੀ ਜ਼ਿਆਦਾ, ਪਰ ਜਿੰਨੀ ਗੁੰਜਾਇਸ਼ ਉਹ ਕਹਿੰਦੇ ਆ ਨਾ ਹਰ ਇੱਕ ਚੀਜ਼ ਦੇਖ ਕੇ, ਪਰ ਕੋਸ਼ਿਸ਼ ਫਿਰ ਵੀ ਹੋਊਗੀ ਕਿ ਅਗਲੇ ਥੋੜੇ ਜਿਹੇ ਮਹੀਨਿਆਂ ਬਾਅਦ ਜੇ ਗੁੰਜਾਇਸ਼ ਹੋਈ ਇਹਨੂੰ ਹੋਰ ਵਧਾਉਣ ਦੀ, ਪਰ 1500 ਨਾਲ ਵੀ ਬੜਾ ਜ਼ਿਆਦਾ ਫਰਕ ਪਊਗਾ। ਜਦੋਂ ਖਜ਼ਾਨਾ ਮੰਤਰੀ ਸਾਹਿਬ ਘਰ ਦੇ ਵਿੱਚ ਬਜਟ ਤਿਆਰ ਕਰ ਰਹੇ ਸੀ ਤਾਂ ਕਿੰਨੇ ਕੁ ਦਿਨ ਪਹਿਲਾਂ ਤਾਂ ਇਸ ਬਜਟ ਨੂੰ ਲੱਗ ਗਏ, ਤਾਂ ਉਦੋਂ ਟਾਈਮ ਟੂ ਟਾਈਮ ਤੁਸੀਂ ਉਹਨਾਂ ਨੂੰ ਹਲੂਣਦੇ ਰਹਿੰਦੇ ਸੀਗੇ ਕਿ ਬਾਲ ਸਾਹਿਬ ਬਜਟ ਮਾੜਾ ਜਿਹਾ ਚੰਗਾ ਪੇਸ਼ ਕਰਿਓ, ਵੇਖੋ ਕਿਤੇ ਹੱਥ ਨਾ ਘੁੱਟ ਜਾਓ, ਕਿਉਂਕਿ ਲੋਕਾਂ ਨੂੰ ਬੜੀਆਂ ਆਸਾਂ ਨੇ। ਨਹੀਂ ਪੁੱਛੀਦਾ ਤਾਂ ਸੀਗਾ, ਪਰ ਕਈ ਵਾਰੀ ਉਹ ਇੰਨੇ ਆਪਦੇ ਡਿਟੇਲ 'ਚ ਤੇ ਇੰਨੇ ਤਰੀਕੇ ਨਾਲ ਦਾ ਕੰਮ ਕਰਦੇ ਆ ਕਿ ਕੋਈ ਖਾਸ ਜ਼ਿਆਦਾ ਜਵਾਬ ਮਿਲਦੇ ਨਹੀਂ।
ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ, ਜਾਂ ਸਰਕਾਰ ਦੀ ਗੱਲ ਕਰ ਲਈਏ, ਤੁਹਾਡੇ ਬਠਿੰਡੇ ਤੁਹਾਡੀ ਜ਼ਿਆਦਾ ਇਨਵੋਲਵਮੈਂਟ ਹੈ, ਬਠਿੰਡੇ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਕਿ ਬਠਿੰਡੇ ਦੇ ਲੋਕਾਂ ਨੂੰ ਜਿਹੜੀਆਂ ਤੁਹਾਡੇ ਤੋਂ ਉਮੀਦਾਂ ਸੀ ਵੀ ਤੁਸੀਂ ਉਹਨਾਂ ਉਮੀਦਾਂ ਤੇ ਖਰੇ ਉਤਰ ਪਾ ਰਹੇ ਹੋ? ਨਾਰਾਜ਼ਗੀਆਂ ਵੀ ਸਾਹਮਣੇ ਆਉਂਦੀਆਂ ਹੋਣਗੀਆਂ, ਕਿਆ ਵਾਅਦੇ ਕੀਤੇ? ਤੁਹਾਨੂੰ ਲੱਗਦਾ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਨੇ, ਨੇੜੇ ਕੀਤੇ ਥੋੜੇ ਬਹੁਤ? ਸੋ ਤੁਸੀਂ ਹੁਣੇ ਦੇਖਿਆ ਮਿਊਨਿਸਪਲ ਇਲੈਕਸ਼ਨਸ ਹੋ ਕੇ ਹਟੀਆਂ ਸੀ, ਉੱਥੋਂ ਹੀ ਹੁਣ ਖਤਮ ਕਰਕੇ ਹੀ ਫਿਰ ਆਏ ਆ ਤੇ 43 ਸੀਟਸ ਮਿਲੀਆਂ ਪਹਿਲੀ 50 ਚੋਂ, ਤੇ ਪਹਿਲੀ ਵਾਰ ਮੇਅਰ ਬਣੂਗਾ ਕਾਂਗਰਸ ਦਾ 53 ਇਅਰਸ ਵਿੱਚ। ਤੁਸੀਂ ਆਪੇ ਹਿਸਾਬ ਲਾ ਲਓ ਕਿ ਜੇ ਉਹ ਪੋਸੀਬਲ, ਜੇ ਉਹ ਹੋਇਆ, ਉਹ ਪੋਸੀਬਲ ਤਾਂ ਹੀ ਸੀ ਵੀ ਜੇ ਖੜੇ ਉਤਰਿਆ ਤਾਂ। ਔਰ ਕੁਝ ਪੁੱਛ ਲਓ ਸਾਨੂੰ ਡਿਟੇਲ ਵਾਰਡਸ ਤੋਂ ਲੈ ਕੇ ਵੀ, ਕਿਤੇ ਟੈਂਕ ਦੀ ਜ਼ਰੂਰਤ ਸੀ, ਕਿਤੇ ਇੰਟਰਲੋਕਿੰਗ, ਕਿਤੇ ਸੀਵਰ ਦੀ, ਕਿਤੇ ਪਾਣੀ ਦੀਆਂ ਪਾਈਪਾਂ ਦੀ, ਮਤਲਬ ਇੰਨੇ ਜ਼ਿਆਦਾ ਮਿਹਨਤ ਕੀਤੀ ਹੈ ਪਿਛਲੇ 4 ਸਾਲਾਂ 'ਚ। ਇਲੈਕਸ਼ਨ ਈਅਰ ਹੈ ਜੀ ਇਹ, ਇਸ ਇਲੈਕਸ਼ਨ ਈਅਰ ਦਾ ਇਹ ਬਜਟ ਹੈ। ਇਸ ਇਲੈਕਸ਼ਨ ਈਅਰ ਦੇ ਵਿੱਚ ਲੋਕ ਕੀ ਆਸ ਕਰਨ? ਲੱਗਦਾ ਹੈ ਕਿ ਕੋਈ ਪੰਜਾਬ ਦੀ ਤਸਵੀਰ ਬਦਲੇਗੀ? ਕਿਉਂਕਿ ਫਿਰ ਉਹੀ ਤੁਸੀਂ ਕਹੋਗੇ ਕਿ ਵਿਰੋਧੀ ਤਾਂ ਕੁਝ ਵੀ ਕਹਿ ਦਿੰਦੇ ਆ। ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਕੁਝ ਨਹੀਂ ਹੋਇਆ ਇਸ 1 ਸਾਲ 'ਚ। ਚਲੋ ਜੇ ਕੁਝ ਨਹੀਂ ਹੋਇਆ ਤਾਂ ਇਸ 1 ਸਾਲ ਦੇ ਵਿੱਚ ਲੱਗਦਾ ਕਿ ਕੋਈ ਡਿਵੈਲਪਮੈਂਟ ਚੀਜ਼ਾਂ ਜਿਹੜੀਆਂ ਨੇ ਅਪਗ੍ਰੇਡ ਹੋਣਗੀਆਂ, ਜਾਂ ਪੰਜਾਬ ਦੀ ਤਸਵੀਰ ਬਦਲੀ ਨਜ਼ਰ ਆਏਗੀ? ਸੋ ਮੈਨੂੰ ਤਾਂ ਪੋਜ਼ਿਟਿਵ ਲੱਗਦਾ ਹੈ ਕਿ ਜਿੰਨਾ ਕਿ ਐਟਲੀਸਟ ਹਰ ਜਿਹੜਾ ਏਰੀਆ, ਹਰ ਇੱਕ ਨੂੰ ਐਡਰੈਸ ਕੀਤਾ ਗਿਆ। ਕਿਸਾਨਾਂ ਦਾ, ਉਹਨਾਂ ਦੀਆਂ ਜ਼ਰੂਰਤਾਂ ਉਹ ਐਡਰੈਸ ਕੀਤੀਆਂ ਗਈਆਂ, ਸਟੂਡੈਂਟਸ ਦੀਆਂ ਤਾਂ ਐਡਰੈਸ ਕੀਤੀਆਂ ਗਈਆਂ, ਮਹਿਲਾਵਾਂ ਦੀਆਂ ਅੱਜ ਐਡਰੈਸ ਕੀਤੀਆਂ ਗਈਆਂ। ਹੋਰ ਵੀ ਮਹਿਲਾਵਾਂ ਲਈ ਬੜਾ ਕੁਝ ਹੈ। ਹੈਡ ਆਫ ਹਾਊਸ ਹੋਲਡ ਨੂੰ ਇੰਨੇ ਪੈਸੇ, ਉਹਦੇ ਲਈ ਬਜਟਿੰਗ ਹੋ ਚੁੱਕੀ ਹੈ। ਕਈ ਔਰਤਾਂ ਕੱਲੀਆਂ ਚਲਾਉਂਦੀਆਂ ਘਰ ਆਪਦਾ। ਸੋ ਹਰ ਐਸਪੈਕਟ ਨੂੰ ਇਹ ਸਮਝ ਕੇ ਉਹਦੇ ਵਰਨੀ ਦੇਖਿਆ ਗਿਆ, ਤੇ ਮੇਰਾ ਖਿਆਲ ਹੈ ਕਿ ਠੀਕ ਹੀ ਰਹੂਗਾ। ਇੱਕ ਪੰਜਾਬ ਦੇ ਨਾਗਰਿਕ ਦੇ ਤੌਰ ਤੇ, ਇੱਕ ਵੂਮਨ ਦੇ ਤੌਰ ਤੇ, ਔਰ ਇੱਕ ਪਤਨੀ ਦੇ ਤੌਰ ਤੇ ਤੁਹਾਨੂੰ ਤਸੱਲੀ ਹੈ? ਤੁਹਾਨੂੰ ਲੱਗਦਾ ਹੈ ਕਿ ਅੱਜ ਦਾ ਬਜਟ ਹੈ ਜਿਹੜਾ ਉਹ ਪੰਜਾਬ ਹਿਤੈਸ਼ੀ ਹੈ? ਬਿਲਕੁਲ। ਹਾਲਾਂਕਿ ਤੁਸੀਂ ਜੇ ਨਾਮ ਵੀ ਹੋ ਤਾਂ ਤੁਹਾਨੂੰ ਮੰਨਣਾ ਪਊਗਾ, ਪਰ ਫੈਕਚੁਅਲੀ ਨਹੀਂ, ਗਿਵਨ ਦ, ਜੇ ਦੇਖੋ ਕਮੀ ਵੀ ਹੈ ਤਾਂ ਤੁਹਾਨੂੰ ਅਗਰ ਤੁਸੀਂ ਦੱਸੋ। ਨਹੀਂ, ਦੇਖੋ ਗਿਵਨ ਦ ਸਰਕਮਸਟੈਂਸਸ ਕਿ ਬਹੁਤ ਵਧੀਆ ਹੈ। ਦੇਖੋ ਕੋਈ ਕਮੀ ਲੱਗਦੀ ਹੈ ਵੈਸੇ ਕਿ ਇਹਦੇ ਚ ਇਹ ਨਹੀਂ, ਚੀਜ਼ ਜ਼ਰੂਰ ਗਿਵਨ ਦ, ਦੇਖੋ ਗਿਵਨ ਦ ਸਰਕਮਸਟੈਂਸਸ ਇਹ ਵੀ ਬੜਾ ਜ਼ਰੂਰੀ ਹੈ ਨਾ। ਤੁਸੀਂ ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਹੈ ਪੰਜਾਬ ਤੇ ਆਪਾਂ ਬਜਟ ਕਰ ਦਈਏ ਜਿਵੇਂ ਅਮਰੀਕਾ ਵਾਲਾ ਬਜਟ ਵੀ ਉਹ ਕਿਵੇਂ ਕਰਦੇ ਆ, ਉਵੇਂ ਨਹੀਂ ਨਾ ਹੋ ਸਕਦਾ। ਗਿਵਨ ਦ ਸਰਕਮਸਟੈਂਸਸ ਕਿ ਮੇਰਾ ਖਿਆਲ ਹੈ ਕਿ ਬੈਸਟ ਪੋਸੀਬਲ। ਇੱਕ ਚਲੋ ਰਾਜਨੀਤੀ ਤੋਂ ਹਟ ਕੇ ਜੇ ਸਵਾਲ ਹੈ, ਮਨਪ੍ਰੀਤ ਬਾਦਲ ਹੋਰਾਂ ਨੂੰ ਅਸੀਂ ਇੱਕ ਨੀਲੇ ਕੋਟ 'ਚ ਦੇਖਦੇ ਹਾਂ। ਉਹ ਸਪੈਸ਼ਲ ਕੋਈ ਉਸ ਕੋਟ ਦੀ ਕੋਈ ਖਾਸੀਅਤ ਹੈ? ਵਿਧਾਨ ਸਭਾ ਤੋਂ ਜਾਂਦੇ ਨੇ ਉਹ ਨੀਲਾ ਕੋਟ ਤੇ ਉਹ ਲਾਈਟ ਪਿੰਕ ਪੱਗ ਹੁੰਦੀ ਹੈ ਉਹਨਾਂ ਦੇ, ਸਪੈਸ਼ਲ ਉਹੀ ਹੁੰਦੀ ਹੈ। ਸੋ ਬੇਸਿਕਲੀ ਸਾਰੀਆਂ ਹੀ ਪੱਗਾਂ ਲਾਈਟ ਪਿੰਕ ਹੈ। ਉਹ ਢੇਰ ਲੱਗਿਆ ਹੁੰਦਾ ਉਹਦੇ ਉੱਤੇ ਉੱਤੋਂ ਦੀ ਚੱਕਲੀ, ਉਹ ਇੱਕੋ ਹੀ, ਹੋਰ ਕੋਈ ਕਲਰ ਹੈ ਹੀ ਨਹੀਂ। ਦੂਸਰਾ ਨੀਲੇ ਕੋਟ ਹੀ ਹੈ। ਨੀਲੇ ਕੋਟ ਹੈ ਇੱਕ ਪਾਸੇ, ਤੇ ਇੱਕ ਪਾਸੇ ਜਿਵੇਂ ਖਾਕੀ ਜਿਹੇ ਰੰਗ ਦੇ ਹੈ, ਤੇ ਚਿੱਟੀਆਂ ਪਜਾਮੇ, ਚਿੱਟੇ ਪਜਾਮੇ ਕੁੜਤੇ ਤੇ ਚਿੱਟੀ ਸਲਵਾਰ ਕਮੀਜ਼। ਉਹਦੇ ਇਲਾਵਾ ਕੁਝ ਹੋਰ ਹੈ ਹੀ ਨਹੀਂ। ਉਹ ਉੱਤੋਂ ਫੜ ਲੈਣੀ ਹੈ ਤੇ ਬਸ, ਕੋਈ ਸ਼ੌਕ ਨਹੀਂ, ਕੋਈ ਕੁਛ ਨਹੀਂ। ਕਿਤਾਬਾਂ ਪੜ੍ਹਨ ਤੋਂ ਇਲਾਵਾ ਕੋਈ ਹੋਰ ਸ਼ੌਕ, ਇੱਕ ਹੀ ਸ਼ੌਕ ਹੈ ਤੇ ਬਸ ਉਹ ਨੀਲਾ ਕੋਟ ਕੱਢ ਕੇ ਪਾਉਣਾ। ਬਸ ਤਿਆਰ ਕਿਤੇ ਵੀ ਖਰਚ ਹੋ ਜਾਂਦੇ ਨੇ 5 ਮਿੰਟਾਂ 'ਚ। ਮਤਲਬ ਕੋਈ ਉਹਦੇ ਤੇ ਨਾ ਟਾਈਮ ਲਾਉਣਾ ਨਾ ਕੁਛ। ਤੇ ਇੱਕ ਤੁਸੀਂ ਉਹਨਾਂ ਦੀ ਪਤਨੀ ਹੋ ਜਾਂ ਬੱਚੇ, ਫਿਰ ਕਦੇ ਕਦੇ ਤੁਹਾਨੂੰ ਸ਼ੌਂਕ ਜਿਹਾ ਨਹੀਂ ਆਉਂਦਾ ਕਿ ਆ ਹੁਣ ਲਾ ਦਿਓ ਨੀਲਾ ਕੋਟ, ਕੋਈ ਹੋਰ ਨਵਾਂ ਪਾ ਕੇ ਟੌਰ ਜੀ ਕੱਢ ਕੇ ਜਾਓ? ਲੱਗਿਆ ਵੀ ਆ ਖਜ਼ਾਨਾ ਮੰਤਰੀ ਬਦਲੇ ਲੱਗ ਰਹੇ ਨੇ ਵਿਧਾਨ ਸਭਾ 'ਚ, ਉਹ ਇੰਨੇ ਸਾਲਾਂ ਬਾਅਦ ਉਹ ਚੀਜ਼ਾਂ ਮੰਨੀ ਨਹੀਂ ਧਿਆਨ ਦੇ। ਸ਼ੁਰੂ ਕੋਸ਼ਿਸ਼ ਕੀਤੀ, ਸ਼ਾਇਦ ਕੋਸ਼ਿਸ਼ ਕੀਤੀ ਹੋਣੀ ਅੱਜ ਤੋਂ 25 ਸਾਲ ਪਹਿਲਾਂ, 26 ਸਾਲ ਪਹਿਲਾਂ, ਬੜੋ ਤਾਂ ਬਹੁਤ ਦੇਰ ਪਹਿਲਾਂ ਗੱਲ ਬਣੀ, ਕੋਸ਼ਿਸ਼ਾਂ ਛੱਡਤੀਆਂ ਸੀ। ਸੋ ਔਰ ਮੈਂ ਆਪ ਉਹ ਜੇ ਬਣ ਗਿਆ। ਹੁਣ ਮੈਨੂੰ ਲੱਗਦਾ ਕਿ ਵਰਦੀ ਬੈਸਟ ਹੈ, ਈਜ਼ੀ, ਕਿਉਂਕਿ ਉਹਦੇ ਤੇ ਟਾਈਮ ਨਹੀਂ ਲਾਉਣਾ ਚਾਹੀਦਾ। ਕਿਸੇ ਹੱਦ ਤੱਕ ਮੇਰੀ ਵੀ ਵਰਦੀ ਟਾਈਪ ਹੀ ਹੈ, ਵੀ ਉੱਪਰੋਂ ਸੂਟ ਚੱਕਿਆ ਤੇ ਬਸ। ਉਹ ਉਹਨਾਂ ਨੂੰ ਸ਼ੌਕੀਨ ਤਾਂ ਕੀ ਕਰਨਾ ਸੀ, ਤੁਸੀਂ ਆਪਦੇ ਸ਼ੌਕ ਵੀ ਹਾਂ। ਸੋ ਹੈ ਨਹੀਂ ਗੇ ਕੋਈ ਚਲੋ ਅਰਜੁਨ ਹੁਣੀ ਤੁਹਾਡਾ ਬੇਟਾ ਔਰ ਬੱਚੇ ਜਵਾਨ ਹੋ ਗਏ ਨੇ ਜੀ, ਤੇ ਇੱਕ ਮਾਂ ਕੀ ਦੇਖਦੀ ਹੈ? ਇੱਕ ਖਜ਼ਾਨਾ ਮੰਤਰੀ ਦਾ ਪੁੱਤ ਹੈ ਔਰ ਇੱਕ ਬੜੇ ਵੱਡੇ ਰਾਜਨੀਤਿਕ ਘਰਾਣੇ ਦਾ ਉਹ ਬੱਚਾ। ਤਾਂ ਅਰਜੁਨ ਬਾਦਲ ਨੂੰ ਲੈ ਕੇ ਲੱਗਦਾ ਹੈ ਕਿ ਤੁਹਾਨੂੰ ਮਾਂ ਸੋਚਦੀ ਹੈ ਕਿ ਜਲਦੀ ਉਹ ਵੀ ਸਿਆਸਤ 'ਚ ਹੋਵੇ? ਕਿਉਂਕਿ ਚਰਚਾਵਾਂ ਨੇ ਕਿ ਅਰਜੁਨ ਬਾਦਲ ਵੀ ਜਲਦੀ ਚੋਣ ਮੈਦਾਨ 'ਚ ਆ ਸਕਦੇ ਨੇ। ਨਹੀਂ, ਕੋਈ ਐ ਨਹੀਂ। ਜਿਵੇਂ ਵੀ ਜਦੋਂ ਟਾਈਮ ਠੀਕ ਹੋਇਆ, ਜੇ ਮਰਜ਼ੀ ਹੋਈ, ਜੇ ਉਸ ਪਾਸੇ ਧਿਆਨ ਹੋਇਆ ਤਾਂ ਠੀਕ ਹੈ, ਪਰ ਕੋਈ ਐ ਨਹੀਂ ਹੋਣੀ। ਇੱਕ ਮਾਂ ਨੂੰ ਹੁੰਦਾ ਹੈ ਘਰ ਵਾਲੇ ਬਾਰੇ ਬੇਸ਼ੱਕ ਕੋਈ ਸੁਪਨਾ ਨਾ ਸੋਚਿਆ, ਪਰ ਪੁੱਤ ਬਾਰੇ ਜ਼ਰੂਰ ਸੋਚਿਆ ਹੁੰਦਾ। ਨਹੀਂ, ਕੋਈ ਇੰਨਾ ਨਹੀਂ। ਬੱਚੇ ਐ ਵੀ ਜ਼ਿੰਮੇਵਾਰ ਹੋਣ, ਮਿਹਨਤੀ ਹੋਣ, ਇਹ ਬੜੀਆਂ ਜ਼ਰੂਰੀਆਂ। ਪੜ੍ਹਾਈ ਮੈਂ ਬਹੁਤ ਕਰਾਈ ਬੱਚਿਆਂ ਨੂੰ। ਰਾਜਨੀਤੀ 'ਚ ਹਾਂਜੀ, ਫਿਲਹਾਲ ਤਾਂ ਮਦਦ ਤਾਂ ਕਰਨੀ ਪੈਂਦੀ ਹੈ, ਮਿਹਨਤ ਤਾਂ ਸਾਰੇ ਪਰਿਵਾਰ ਨੂੰ ਕਰਨੀ ਪੈਂਦੀ ਹੈ, ਹੋਰ ਕੋਈ ਤਰੀਕਾ ਨਹੀਂ।
ਕਿਉਂਕਿ ਜਦੋਂ ਇੰਨੀ ਆਬਾਦੀ ਹੈ ਉਹਨਾਂ ਤੋਂ ਪੂਰਾ ਹੀ ਨਹੀਂ ਆਇਆ ਜਾਂਦਾਗਾ ਤੇ ਜਦੋਂ ਐਕਸਪੈਕਟੇਸ਼ਨ ਲੋਕਾਂ ਦੀ ਹੋਵੇ, ਉਮੀਦ ਹੋਵੇ ਤੁਹਾਡੇ ਸਿਰ ਤੇ, ਤਾਂ ਉਹਨਾਂ ਦੇ ਕੰਮ ਕਰਨੇ ਤਾਂ ਫਿਰ ਉਹ ਜ਼ਰੂਰੀ ਹੈ ਵੀ ਤੁਸੀਂ ਹਰੇ ਕੋਈ ਜ਼ਿੰਮੇਵਾਰੀ ਲਵੇ। ਤੇ ਬੱਚੇ ਉਹੀ ਉਸ ਪਾਸਿਓਂ ਆਪਦੀ ਸਮਝਣ ਜ਼ਿੰਮੇਵਾਰੀ ਆਪਦੇ ਲੋਕਾਂ ਵਨੀ। ਵੈਸੇ ਵੀ ਅਸੀਂ ਉੱਥੋਂ ਦੇ ਹੈਗੇ ਆ, ਉਸ ਏਰੀਆ ਨੂੰ ਬਿਲੋਂਗ ਕਰਦੇ ਆ, ਆਪਦੇ ਪਿੰਡ 'ਚ ਆਪਦੇ ਉਹ ਸਾਰੇ ਆਪਦੀਆਂ ਜ਼ਿੰਮੇਵਾਰੀਆਂ ਸਮਝਣ। ਲੋਕ ਸਾਡੇ ਨਾਲ ਜੁੜੇ ਹੋਏ ਆ ਕਦੋਂ ਦੇ, ਉਹਨਾਂ ਨੂੰ ਸਾਂਭਣਾ, ਅੱਗੇ ਦੇਖਣਾ। ਜਿਵੇਂ ਸਾਡੀ ਉਮਰ ਵਧੀ ਜਾ ਰਹੀ ਹੈ, ਅੱਗੇ ਬੱਚੇ ਉਹ ਜ਼ਿੰਮੇਵਾਰੀ ਫੜਨ। ਆਪ ਇਲੈਕਸ਼ਨ ਲੜਨੀ ਉਹ ਦੇਖੋ ਅੱਗੇ ਟਾਈਮ ਦੱਸੂਗਾ ਤੇ ਬੱਚਿਆਂ ਨੂੰ ਪੁੱਛੋ ਜੇ ਮਨ ਹੋਇਆ। ਨਹੀਂ ਮਨ ਹੋਊਗਾ, ਨਹੀਂ ਲੜਨਾ ਚਾਹੁੰਦੇ, ਸਾਡੇ ਵੱਲੋਂ ਕੋਈ ਫੋਰਸ ਨਹੀਂ। ਆਖਿਰ ਦੇ ਵਿੱਚ ਸਾਡੇ ਦਰਸ਼ਕ ਵੀ ਤੁਹਾਡੀ ਜ਼ਿੰਮੇਵਾਰੀ ਤੈਅ ਕਰਨੀ ਚਾਹਣਗੇ ਵੀ ਖਜ਼ਾਨਾ ਮੰਤਰੀ ਹੋਰਾਂ ਨੇ ਜਿਹੜੇ ਵਾਅਦੇ ਦਾਅਵੇ ਕੀਤੇ ਨੇ, ਅੱਜ ਜਿਹੜਾ ਬਜਟ ਪੇਸ਼ ਕੀਤਾ, ਉਹਨਾਂ ਨੂੰ ਪੂਰਾ ਕਰਾਉਣਾ ਕਿਤੇ ਨਾ ਕਿਤੇ ਤੁਹਾਡੀ ਵੀ ਜ਼ਿੰਮੇਵਾਰੀ ਫਿਰ ਘਰੇ ਬਣ ਜਾਣੀ ਹੈ ਵੀ ਹਲੂਣਾ ਮਾਰਦੇ ਰਹੋਗੇ ਉਹਨਾਂ ਨੂੰ ਕਿ ਬਾਲ ਸਾਹਿਬ ਆ ਵਾਅਦੇ ਕੀਤੇ ਪੂਰੇ ਕਰਨੇ ਆ, ਇਸ ਸਾਲ 'ਚ ਕਰਵਾ ਦਿਓਗੇ, ਹਲੂਣਦੇ ਰਹੋਗੇ ਤੁਸੀਂ। ਸਾਡੇ ਦਰਸ਼ਕਾਂ ਨੂੰ ਇਹਨਾਂ ਨੂੰ ਭਰੋਸਾ ਦਿਵਾ ਦਿਓ। ਨਹੀਂ, ਇਸ ਸਾਲ ਆ ਜਿਹੜਾ ਸਾਲ ਰਹਿ ਗਿਆ ਸਾਡੇ ਕੋਲ ਕਿ ਇਹਦੇ 'ਚ ਪੂਰੀ ਕੋਸ਼ਿਸ਼ ਹੋਗੀ ਵੀ ਜਿੰਨੇ ਵਾਅਦੇ ਜੋ ਕੀਤੇ ਸੀ, ਜਿਸ ਕਿਸੇ ਹੱਦ ਤੱਕ ਆਪਦੇ ਵੀ ਕੰਮ ਉਹ ਰਹਿੰਦੇ ਖੁੰਦੇ ਪੂਰੇ ਕਰ ਸਕੀਏ ਇਸ ਸਾਲ 'ਚ। ਤਾਂ ਇਹ ਸਨ ਵਿਨੂ ਬਾਦਲ। ਤਾਂ ਆਪਾਂ ਇਹਨਾਂ ਤੋਂ ਵਿਸ਼ਵਾਸ ਲਿਆ ਹੈ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਜਿਹੜੇ ਦਾਅਵੇ ਕੀਤੇ ਨੇ ਵਿਧਾਨ ਸਭਾ ਦੇ ਅੰਦਰ ਜਿਹੜਾ ਬਜਟ ਪੇਸ਼ ਕੀਤਾ, ਤਾਂ ਉਹ ਵਾਅਦੇ ਪੂਰੇ ਕਰਵਾਉਣਾ ਕਿਤੇ ਨਾ ਕਿਤੇ ਇਹਨਾਂ ਦੀ ਆਪਾਂ ਜ਼ਿੰਮੇਵਾਰੀ ਤੈਅ ਕਰਵਾਈ ਹੈ ਕਿ ਘਰੇ ਬੈਠੇ ਹਲੂਣਦੇ ਰਹਿਣ ਉਹਨਾਂ ਨੂੰ ਕਿ ਬਾਲ ਸਾਹਿਬ ਆ ਵਾਅਦੇ ਕੀਤੇ ਲੋਕਾਂ ਨਾਲ, ਤੇ ਲੋਕਾਂ ਨੂੰ ਬੜੀਆਂ ਉਮੀਦਾਂ ਨੇ। ਲੋਕਾਂ ਨੇ ਸਰਕਾਰ ਬਣਾਈ ਹੈ, ਲੋਕਾਂ ਨੇ ਚੁਣ ਕੇ ਤੁਹਾਨੂੰ ਇੱਥੇ ਭੇਜਿਆ, ਔਰ ਜਿਹੜੇ ਦਾਅਵੇ ਤੇ ਵਾਅਦੇ ਕੀਤੇ ਗਏ ਨੇ ਉਹ ਲਾਜ਼ਮੀ ਤੌਰ ਤੇ ਪੂਰੇ ਹੋਣੇ ਚਾਹੀਦੇ ਨੇ। ਫਿਲਹਾਲ ਮੈਨੂੰ ਨੁਪਿੰਦਰ ਸਿੰਘ ਬਰਾੜ ਨੂੰ ਤੇ ਮੇਰੇ ਸਹਿਯੋਗੀ ਅਜੇ ਨੂੰ ਦਿਓ ਇਜਾਜ਼ਤ। ਅੱਗੇ ਨਿਊਜ਼ 18 ਪੰਜਾਬ ਤੇ ਖਬਰਾਂ ਦਾ ਸਿਲਸਿਲਾ ਜਾਰੀ ਹੈ। ਧੰਨਵਾਦ।